ਲੱਖਾ ਸਿਧਾਣਾ ਔਰ ਦੀਪ ਸਿੱਧੂ ਨੂੰ ਗੱਦਾਰ ਕਿਹਾ ਗਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਲੱਖਾ ਸਿਧਾਣਾ ਨੇ ਪਿੰਡ ਪਿੰਡ ਜਾ ਕੇ ਕਾਫੀ ਯੂਥ ਨੂੰ ਉਹਨਾਂ ਨੇ ਅੰਦੋਲਨ ਦੇ ਵੱਲ ਨੂੰ ਕੀਤਾ, ਕਾਫੀ ਯੂਥ ਨੂੰ ਜਗਾਉਣ ਵਿੱਚ ਵੀ ਉਹ ਸੀ, ਉਹ ਹੁਣ ਉਹਨਾਂ ਨੂੰ ਗੱਦਾਰ ਕਿਹਾ ਜਾ ਰਿਹਾ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੀਪ ਸਿੱਧੂ ਤੇ ਲੱਖਾ ਸਿਧਾਣਾ ਜਿਹੜੇ 25 ਤਰੀਕ ਨੂੰ ਜਿਹੜਾ ਸਟੇਜ ਤੇ ਸ਼ਾਮ ਨੂੰ ਕਬਜ਼ਾ ਕੀਤਾ, ਉਹਨਾਂ ਨੇ ਵਰਗ ਲਾ ਕੇ ਨੌਜਵਾਨਾਂ ਨੂੰ ਆਪਣੇ ਮਗਰ ਲਾਇਆ। 4 ਘੰਟੇ ਕੋਈ ਪੁਲਿਸ ਨਹੀਂ ਉੱਥੇ ਆਈ। 4 ਘੰਟੇ ਦੇ ਵਿੱਚ ਉਹਨਾਂ ਨੇ ਪੂਰਾ ਫਲੈਗ ਵੀ ਚੜਾਇਆ ਉੱਥੇ, ਭਾਵੇਂ ਉਹ ਇੱਕ ਨਿਸ਼ਾਨ ਸੀ ਸਿੱਖ ਕੌਮ ਦਾ। ਨਿਸ਼ਾਨ ਸਾਹਿਬ ਆ, ਕੋਈ ਖਾਲਿਸਤਾਨ ਦਾ ਝੰਡਾ ਨਹੀਂ, ਉਹ ਨਿਸ਼ਾਨ ਸਾਹਿਬ ਤਾਂ ਚੀਨ ਦੇ ਬਾਰਡਰ ਤੇ ਵੀ ਲੱਗਿਆ ਹੋਇਆ, USA ਦੇ ਝੰਡੇ ਦੇ ਨਾਲ ਲੱਗਿਆ ਹੋਇਆ, ਕੈਨੇਡਾ ਦੇ ਝੰਡੇ ਦੇ ਨਾਲ ਲੱਗਿਆ ਹੋਇਆ। ਸਾਡੀ ਜਿੰਦ ਜਾਨ ਲੱਗ ਜਾਵੇ, ਅਸੀਂ ਇਹ ਜਿੰਨਾ ਚੱਕਰ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੇ, ਇਹ ਸਾਡੀ ਆਪਣੀ ਜ਼ਮੀਨ ਆ, ਆਪਣੀ ਜ਼ਮੀਰ ਆ, ਅਸੀਂ ਇਹ ਤੋਂ ਜਾ ਨਹੀਂ ਸਕਦੇ। ਜੈ ਜਵਾਨ ਜੈ ਕਿਸਾਨ। ਮੋਦੀ ਸਰਕਾਰ ਨੂੰ ਝੁਕਣਾ ਪਏਗਾ ਔਰ ਇਹ ਕਾਨੂੰਨ ਰੱਦ ਕਰਨੇ ਪੈਣਗੇ, ਔਰ ਜਿੰਨਾ ਚਿਰ ਰੱਦ ਨਹੀਂ ਹੁੰਦੇ ਇਹ ਸੰਘਰਸ਼ ਤੇਜ਼ ਹੁੰਦਾ ਜਾਵੇਗਾ ਔਰ ਮੋਦੀ ਸਰਕਾਰ ਨੂੰ ਇੱਕ ਦਿਨ ਝੁਕਾ ਕੇ ਹਟੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਇੰਦਰਜੀਤ ਕੌਰ, ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼। ਗੱਲ ਕਰਦੇ ਹਾਂ ਕਿਸਾਨੀ ਸੰਘਰਸ਼ ਨੂੰ ਲੈ ਕੇ, ਜਿੱਥੇ ਕਿ ਗਣਤੰਤਰ ਦਿਵਸ ਤੋਂ ਬਾਅਦ ਕਾਫੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਉੱਥੇ ਕਿਸਾਨੀ ਅੰਦੋਲਨ ਨੂੰ ਤਾਰ-ਪੀੜੋ ਕਰ ਦਿੱਤਾ ਗਿਆ ਜਾਂ ਲੋਕ ਉੱਥੋਂ ਵਾਪਸ ਆ ਰਹੇ ਨੇ ਨਿਰਾਸ਼ ਹੋ ਕੇ। ਅਸੀਂ ਇਸ ਟਾਈਮ ਆ ਜੀ ਲਾਡੋਵਾਲ ਟੋਲ ਪਲਾਜ਼ਾ ਤੇ, ਜਿੱਥੇ ਕਿ ਕਿਸਾਨ ਆਗੂ ਧਰਨਾ ਲਗਾ ਕੇ ਬੈਠੇ ਹਨ, ਜਿੱਥੇ ਕਿ 24 ਘੰਟੇ ਇੱਥੇ ਲੰਗਰ ਵੀ ਨਾਲ ਦੀ ਨਾਲ ਚੱਲ ਰਿਹਾ ਹੈ। ਇਹ ਉਹੀ ਮੇਨ ਰੂਟ ਹੈ ਜਿੱਥੋਂ ਕਿ ਦਿੱਲੀ ਨੂੰ ਟਰਾਲੀਆਂ ਜਾਂਦੀਆਂ ਨੇ। ਗੱਲਬਾਤ ਕਰਦੇ ਹਾਂ ਇੱਥੇ ਦੇ ਕਿਸਾਨ ਆਗੂਆਂ ਨਾਲ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਦਿੱਲੀ ਵੱਲ ਨੂੰ ਟਰਾਲੀਆਂ ਜਾ ਰਹੀਆਂ ਨੇ, ਕੀ ਸੱਚਾਈ ਹੈ ਉਹਦੇ ਵਿੱਚ, ਕਿ ਕੋਈ ਉਹਨਾਂ ਟਰਾਲੀਆਂ ਦੀ ਗਿਣਤੀ ਵਿੱਚ ਘਾਟਾ ਹੋਇਆ ਜਾਂ ਕਿੰਨੀਆਂ ਕੁ ਟਰਾਲੀਆਂ ਡੇਲੀ ਦੀਆਂ ਇੱਥੋਂ ਜਾ ਰਹੀਆਂ ਨੇ ਤੇ ਕਿੰਨੇ ਕੁ ਲੋਕ ਉੱਥੋਂ ਦੀ ਵਾਪਸ ਆ ਰਹੇ ਨੇ। ਸਾਡੇ ਨਾਲ ਨੇ ਇਸ ਟਾਈਮ ਕਾਮਰੇਡ ਸਵਰਨ ਸਿੰਘ ਜੀ, ਗੱਲਬਾਤ ਕਰਦੇ ਹਾਂ, ਜੋ ਕਿ ਗਣਤੰਤਰ ਦਿਵਸ ਤੋਂ ਬਾਅਦ ਬਹੁਤ ਵਧੀਆ ਕਿਸਾਨੀ ਅੰਦੋਲਨ ਚੱਲ ਰਿਹਾ ਸੀ। ਗਣਤੰਤਰ ਦਿਵਸ ਤੋਂ ਬਾਅਦ ਜੋ ਵੀ ਉੱਥੇ ਦੇ ਹਾਲਾਤ ਨੇ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਇਹ ਦੇਖਦੇ ਪਈ ਇਹ ਜਿਹੜਾ ਅੰਦੋਲਨ ਸੀ ਕਿਸਾਨਾਂ ਦਾ ਬਹੁਤ ਸ਼ਾਂਤੀਪੂਰਵਕ ਬਹੁਤ ਚੰਗੇ ਢੰਗ ਨਾਲ ਚੱਲ ਰਿਹਾ ਸੀ, ਲੇਕਿਨ ਸਰਕਾਰ ਨੇ ਆਪਣੇ ਬੰਦਿਆਂ ਰਾਹੀਂ ਇਸ ਅੰਦੋਲਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹ ਜਿਹੜਾ ਸਰਕਾਰ ਨੇ ਉੱਥੇ ਲਾਲ ਕਿਲ੍ਹੇ ਦੇ ਵਿੱਚ ਮਤਲਬ ਆਪਣੇ ਬੰਦਿਆਂ ਨੂੰ ਸੱਦ ਕੇ ਆਪਣੇ ਬੰਦਿਆਂ ਰਾਹੀਂ ਉੱਥੇ ਐਂਟਰੀ ਕਰਵਾਈ, ਕਿਉਂਕਿ ਲਾਲ ਕਿਲ੍ਹੇ ਦੇ ਵਿੱਚ 26 ਜਨਵਰੀ ਨੂੰ ਇੰਨੀ ਕੋਈ ਵੀ ਉੱਥੇ ਪੁਲਿਸ ਦੀ ਸਿਕਿਉਰਿਟੀ ਹੈ ਨਹੀਂ, ਕਿਉਂਕਿ ਲਾਲ ਕਿਲ੍ਹਾ ਜਿਹੜਾ ਉਹ ਤੁਹਾਨੂੰ ਪਤਾ ਵੀ ਸਭ ਤੋਂ ਸਿਕਿਉਰਿਟੀ ਦਾ ਸਭ ਤੋਂ ਵੱਡਾ ਸੈਂਟਰ ਹੈ, ਲੇਕਿਨ ਹਿੰਦੁਸਤਾਨ ਦਾ ਉਹ ਸੈਂਟਰ ਮੰਨਿਆ ਜਾਂਦਾ। ਜੇ ਉੱਥੇ ਪੁਲਿਸ ਨਹੀਂ, ਉੱਥੇ ਜਿਹੜੇ ਸ਼ਰਾਰਤੀ ਅੰਸਰ ਹੈ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਬੜੇ ਹੋਏ ਸੀ, ਉਹਨਾਂ ਨੂੰ ਲਾਲ ਕਿਲ੍ਹੇ ਦੇ ਵਿੱਚ ਐਂਟਰ ਕਰਾਉਣ ਦੇ ਮਤਲਬ ਹੈ ਵੀ ਸਰਕਾਰ ਦੀ ਆਪਣੀ ਨੀਤੀ ਸੀ। ਇਸ ਕਰਕੇ ਜਦੋਂ ਉਹ ਸ਼ਰਾਰਤੀ ਅੰਸਰ ਝੰਡਾ ਲੈ ਕੇ ਕਿਲ੍ਹੇ ਦੇ ਉੱਤੇ ਜਾ ਰਹੇ ਸੀ, ਪੁਲਿਸ ਉੱਤੇ ਕੁਰਸੀਆਂ ਲੈ ਕੇ ਬੈਠੀ ਸੀ, ਪੁਲਿਸ ਜਿਹੜੀ ਸੀ ਉਹਨਾਂ ਨੂੰ ਰੋਕ ਨਹੀਂ ਰਹੀ। ਤੁਹਾਡੇ ਕਹਿਣ ਮੁਤਾਬਿਕ ਲਾਲ ਕਿਲ੍ਹੇ ਦੇ ਅੰਦਰ ਉਹਨਾਂ ਨੂੰ ਜਾਣ-ਬੁੱਝ ਕੇ ਜਾਣ ਦਿੱਤਾ ਗਿਆ? ਜਾਣ ਦਿੱਤਾ, ਪਾਲਿਸੀ ਉਹ ਸਰਕਾਰ ਦੀ ਆਪਣੀ ਪਾਲਿਸੀ ਸੀ ਤਾਂ ਕਿ ਕਿਸਾਨ ਅੰਦੋਲਨ ਨੂੰ ਕਿਸੇ ਤਰ੍ਹਾਂ ਬਦਨਾਮ ਕੀਤਾ ਜਾਏ, ਫੇਲ ਕੀਤਾ ਜਾਏ। ਆਪਣੇ ਬੰਦਿਆਂ ਨੂੰ ਉੱਥੇ ਹੁਣ ਜਿਹੜੇ ਬੰਦੇ ਗਏ, ਜਿੱਦਾਂ ਹੁਣ ਉਹ ਦੀਪ ਹੈ, ਆਪਣੇ ਸਿਧਾਣਾ ਹੈ, ਉਹ ਸਰਕਾਰ ਦੇ ਆਪਣੇ ਬੰਦੇ ਆ, ਇਸ ਕਰਕੇ ਉਹ ਹੀ ਉੱਥੇ ਗਏ ਅਤੇ ਉਹਨਾਂ ਨੇ ਉੱਥੇ ਜਾ ਕੇ ਸਾਰਾ ਹੜਦੰਗ ਮਚਾਇਆ ਅਤੇ ਸਰਕਾਰ ਨੇ ਉਹਨੂੰ ਆਪਣੇ ਲਈ ਵਰਤਿਆ ਕਿਸਾਨਾਂ ਦੇ ਅੰਦੋਲਨ ਦੇ ਖਿਲਾਫ, ਔਰ ਇਹਦੀ ਅਸੀਂ ਨਿਖੇਧੀ ਕਰਦੇ। ਲੇਕਿਨ ਉਹਦੇ ਬਾਅਦ ਕਿਸਾਨ ਅੰਦੋਲਨ ਜੋ ਸਰਕਾਰ ਸਮਝਦੀ ਸੀ ਉਹ ਕਮਜ਼ੋਰ ਨਹੀਂ ਹੋਇਆ, ਅੱਗੇ ਨਾਲੋਂ ਹੋਰ ਮਜ਼ਬੂਤ ਹੋਏਗਾ। ਸਰਕਾਰ ਦੇ ਆਪਣੇ ਸੀ ਵੀ ਸ਼ਾਇਦ ਲੋਕ ਚਲੇ ਜਾਣ, ਵਾਪਸ ਚਲੇ ਜਾਣ, ਉਨੇ ਕਈ ਜੇ ਵਾਪਸ ਆਏ ਜਿਹੜੇ ਕਿ 26 ਜਨਵਰੀ ਦੇ ਆਪਣੇ ਟਰੈਕਟਰ ਅੰਦੋਲਨ ਦੇ ਵਿੱਚ, ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਹੋਣ ਅਖੀਰ 'ਚ ਗਏ। ਉਹ ਜਿਹੜੇ 2-4 ਹਜ਼ਾਰ ਬੰਦੇ ਜਿਹੜੇ ਟਰੈਕਟਰ ਟਰਾਲੀ ਉਹ ਵਾਪਸ ਆ ਗਏ।
ਅਜੇ ਵੀ ਉੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਟਰੈਕਟਰ ਟਰਾਲੀਆਂ ਉੱਥੇ ਹੈਗੀ। ਔਰ ਦੂਸਰੀ ਗੱਲ ਇਹ ਹੈ ਵੀ ਅਸੀਂ ਇਹ ਸਮਝਦੇ ਅੰਦੋਲਨ ਜਿਹੜਾ ਹੋਰ ਮਜ਼ਬੂਤ ਹੋਇਆ, ਕਿਉਂਕਿ ਅੱਜ ਪਾਰਲੀਮੈਂਟ ਦੇ ਵਿੱਚ ਰਾਸ਼ਟਰਪਤੀ ਦਾ ਜਿਹੜਾ ਸੰਬੋਧਨ ਸੀ ਉਹਦੇ ਵਿੱਚ 18 ਜਿਹੜੀਆਂ ਪਾਰਟੀਆਂ ਸੀ ਉਹਨਾਂ ਨੇ ਉਸ ਸੰਬੋਧਨ ਦਾ ਬਾਈਕਾਟ ਕੀਤਾ। ਉਹ ਬਾਈਕਾਟ ਕਰਨ ਦਾ ਮਤਲਬ ਇਹ ਹੈ ਵੀ 18 ਆਪੋਜੀਸ਼ਨ ਪਾਰਟੀਆਂ ਦੀ ਸਪੋਰਟ ਕਿਸਾਨ ਮੁੱਦੇ ਦੇ ਉੱਤੇ ਹੈ, ਕਿਉਂਕਿ ਉਹਨਾਂ ਨੇ ਬਾਈਕਾਟ ਵੀ ਕਿਸਾਨ ਮੁੱਦੇ ਦੇ ਉੱਤੇ ਕੀਤਾ, ਇਹਨਾਂ ਕਾਨੂੰਨਾਂ ਦੇ ਖਿਲਾਫ ਹੀ ਕੀਤਾ। ਇਸ ਕਰਕੇ ਉਹ 18 ਜਿਹੜੀਆਂ ਪਾਰਟੀਆਂ, ਕੋਈ ਮਹਾਰਾਸ਼ਟਰ ਦੀ ਹੈ, ਕੋਈ ਕੇਰਲ ਦੀ ਹੈ, ਕੋਈ ਯੂਪੀ ਦੀ ਹੈ, ਕੋਈ ਬਿਹਾਰ ਦੀ ਹੈ ਔਰ ਕੋਈ ਪੱਛਮੀ ਬੰਗਾਲ ਦੀ ਹੈ। ਇਸ ਕਰਕੇ ਸਾਰੇ ਹਿੰਦੁਸਤਾਨ ਦਾ ਅੰਦੋਲਨ ਸਾਹਮਣੇ ਆ ਗਿਆ। ਜਿਹੜੀ ਇਹ ਕਹਿੰਦੇ ਸੀ ਵੀ ਜਿਹੜੀ ਪੰਜਾਬ ਤੇ ਹਰਿਆਣਾ ਦਾ ਅੰਦੋਲਨ ਹੈ, ਇਹ ਨਹੀਂ। ਇਸ ਕਰਕੇ ਅੱਜ ਉਹਦੇ ਇੱਕ ਜੋ ਰਾਤ ਗਾਜ਼ੀਪੁਰ ਬਾਰਡਰ ਦੀ ਘਟਨਾ ਹੋਈ ਜਿੱਥੇ ਕਿ ਜ਼ਬਰਦਸਤੀ ਅੰਦੋਲਨ ਨੂੰ ਚੱਕਣ ਦੀ ਕੋਸ਼ਿਸ਼ ਹੋਈ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਔਰ ਸਰਕਾਰ ਨੇ ਉੱਥੇ ਗਾਜ਼ੀਪੁਰ ਬਾਰਡਰ ਦੇ ਉੱਤੇ ਬੜੀ ਕੋਸ਼ਿਸ਼ ਕੀਤੀ ਕਿ ਡਕੈਤ ਸਾਹਿਬ ਨੂੰ ਉੱਥੋਂ ਤੋੜ ਦਿੱਤਾ ਜਾਏ, ਔਰ ਪਹਿਲਾਂ ਉੱਥੋਂ ਅਖਾੜਨ ਦੀ ਕੋਸ਼ਿਸ਼ ਵੀ ਕੀਤੀ। ਔਰ ਲੋਕ ਜਦੋਂ ਉੱਥੋਂ ਚਲੇ ਗਏ, ਡਕੈਤ ਸਾਹਿਬ ਆਪਣੇ ਸਟੇਜ ਦੇ ਉੱਤੇ ਬੈਠਾ ਰਿਹਾ, ਉਹ ਕਹਿੰਦਾ ਮੈਂ ਬਿਲਕੁਲ ਨਹੀਂ ਜਾਣਾ, ਔਰ ਉੱਥੇ ਮੈਨੂੰ ਭਾਵੇਂ ਗੋਲੀ ਮਾਰ ਦਿਓ, ਮੈਨੂੰ ਅਰੈਸਟ ਕਰ ਲਓ, ਜੋ ਕਰਨਾ ਤੁਸੀਂ ਕਰ ਲਓ, ਲੇਕਿਨ ਮੈਂ ਇਹ ਅੰਦੋਲਨ ਖਤਮ ਨਹੀਂ ਕਰਨਾ, ਮੈਂ ਨਹੀਂ ਜਾਣਾ। ਉਹਨਾਂ ਨੇ ਕੀ ਕੀਤਾ, ਉੱਥੇ ਦੀ ਬਿਜਲੀ ਕੱਟ ਦਿੱਤੀ, ਪਾਣੀ ਬੰਦ ਕਰ ਦਿੱਤਾ। ਉਹ ਕਹਿੰਦਾ ਪਾਣੀ ਬੰਦ ਕਰ ਦਿੰਦੇ। ਡਕੈਤ ਸਾਹਿਬ ਕਹਿੰਦਾ ਕਿ ਮੈਂ ਪਾਣੀ ਤੁਹਾਡਾ ਪੀਣਾ ਨਹੀਂ, ਮੇਰੇ ਲਈ ਪਾਣੀ ਜਿਹੜਾ ਮੇਰੇ ਪਿੰਡ ਤੋਂ ਲੋਕ ਲੈ ਆਉਣਗੇ। ਔਰ ਉਹਦਾ ਨਤੀਜਾ ਇਹ ਨਿਕਲਿਆ ਕਿ ਲੋਕ ਸੈਂਕੜਾਂ ਦੀ ਤਾਦਾਦ ਵਿੱਚ ਟਰੈਕਟਰ ਲੈ ਕੇ ਤੇ ਪਾਣੀ ਲੈ ਕੇ ਉੱਥੇ ਪਹੁੰਚ ਗਏ, ਜਿੱਥੇ ਕਹਿੰਦੇ ਸੀ, ਜਿੱਥੇ ਉਹਨਾਂ ਦੀ ਸਰਕਾਰ, ਯੂਪੀ ਦੀ ਸਰਕਾਰ ਇਹ ਕਹਿੰਦੀ ਸੀ ਕਿ 12 ਵਜੇ ਤੱਕ ਇਹਨੂੰ ਖਾਲੀ ਕਰ ਦਿੱਤਾ ਜਾਏ, ਲੇਕਿਨ ਉਹ ਜਿਹੜੀ ਪੁਲਿਸ ਖਾਲੀ ਕਰਾਉਣ ਲਈ ਖੜੀ ਸੀ ਉਹ ਪਰੇ ਹੋ ਗਈ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਫਿਰ ਗਾਜ਼ੀਪੁਰ ਬਾਰਡਰ ਤੇ ਪਹੁੰਚ ਗਏ ਨੇ। ਮਤਲਬ ਕਿ ਜੋ ਇੱਕ ਵਾਰ ਲੋਕਾਂ ਨੇ ਦਿਲ ਛੱਡ ਦਿੱਤਾ ਸੀ ਅੰਦੋਲਨ ਨੂੰ ਲੈ ਕੇ, ਉਹ ਅੰਦੋਲਨ ਦੁਬਾਰਾ ਤੋਂ ਫਿਰ ਤੋਂ ਜੋਸ਼ ਪਕੜ ਗਿਆ ਰਾਤ? ਨਹੀਂ, ਮੈਂ ਇਹ ਨਹੀਂ ਸਮਝਦਾ ਦਿਲ ਨਹੀਂ ਛੱਡ ਦਿੱਤਾ। ਇਹ ਦਾਅ ਪੇਚ ਹੁੰਦੇ, ਕੋਈ ਲੜਾਈ ਆ, ਲੜਾਈ ਦੇ ਵਿੱਚ ਕਈ ਵਾਰੀ ਅਸੀਂ 2 ਪੈਰ ਅੱਗੇ ਚੱਲਦੇ ਹਾਂ, ਕਈ ਵਾਰੀ ਲੜਾਈ 1 ਪੈਰ ਪਿੱਛੇ ਚੱਲਣਾ ਹੁੰਦਾ ਹੈ। ਇਹ ਲੜਾਈ ਦਾ ਇੱਕ ਦਾਅ ਪੇਚ ਹੈ। ਅਸੀਂ ਇਹਨੂੰ ਮਤਲਬ ਇਹ ਨਾ ਕਿ ਜੇ ਅੰਦੋਲਨ ਖਤਮ ਹੋ ਗਿਆ ਸੀ ਜਾਂ ਅੰਦੋਲਨ ਡਾਊਨ ਹੋ ਗਿਆ ਸੀ, ਪਿੱਛੇ ਨੂੰ ਚਲੇ, ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਜੇ ਇਹ ਅੰਦੋਲਨ ਡਾਊਨ ਹੁੰਦਾ ਹੋਵੇ ਤੇ ਹੁਣ ਤੁਸੀਂ ਸਮਝਦੇ ਹੋ ਅਸੀਂ ਆ ਟੋਲ ਪਲਾਜ਼ੇ ਤੇ ਬੈਠੇ ਹੀ ਹਾਂ, ਤੇ ਜੇ ਅੰਦੋਲਨ ਖਤਮ ਹੁੰਦਾ ਤੇ ਅਸੀਂ ਟੋਲ ਪਲਾਜ਼ੇ ਤੇ ਨਹੀਂ ਹੁੰਦੇ, ਅਸੀਂ ਬੈਠੇ ਹਾਂ। ਇਸ ਕਰਕੇ ਅੰਦੋਲਨ ਦੀ ਮਜ਼ਬੂਤੀ ਹੈ, ਇਸੇ ਕਰਕੇ ਅਸੀਂ ਬੈਠੇ ਹਾਂ। ਇਹ ਟੋਲ ਪਲਾਜ਼ੇ ਤੇ ਜਿਸ ਤਰ੍ਹਾਂ ਤੁਸੀਂ ਬੈਠੇ ਹੋ, ਕਿ ਟਰਾਲੀਆਂ ਦੀ ਗਿਣਤੀ ਵਿੱਚ ਕੋਈ ਫਰਕ ਪਿਆ? ਟਰਾਲੀਆਂ ਦੀ ਗਿਣਤੀ ਦੇ ਵਿੱਚ ਕੋਈ ਫਰਕ ਨਹੀਂ ਪਿਆ। ਲਗਾਤਾਰ ਟਰਾਲੀਆਂ ਹੁਣ ਫੇਰ ਦਿੱਲੀ ਨੂੰ ਜਾ ਰਹੀਆਂ। ਇੱਥੇ ਹੁਣੇ ਹੀ ਬੈਠੇ, ਉਹਨਾਂ ਨੇ ਕੱਲ੍ਹ ਨੂੰ ਫੇਰ ਟਰਾਲੀਆਂ ਲੈ ਕੇ ਜਾਣੀਆਂ। ਇਸ ਇਲਾਕੇ ਦੇ ਵਿੱਚੋਂ 10-15 ਟਰਾਲੀਆਂ ਜਿਹੜੀਆਂ ਉਹ ਕੱਲ੍ਹ ਨੂੰ ਜਾ ਰਹੀਆਂ ਤੇ ਉਹਨਾਂ ਦੇ ਪਲਾਨ ਬਣੇ। ਇੱਕ ਮੇਰਾ ਸਵਾਲ ਹੈ, ਜੋ ਉੱਥੇ ਇੱਕ ਲਾਲ ਕਿਲੇ ਤੇ ਝੰਡਾ ਚਲਾਇਆ ਗਿਆ, ਉਹ ਨਿਸ਼ਾਨ ਸਾਹਿਬ ਆ, ਕੋਈ ਖਾਲਿਸਤਾਨ ਦਾ ਝੰਡਾ ਨਹੀਂ। ਉਹ ਨਿਸ਼ਾਨ ਸਾਹਿਬ ਤਾਂ ਚੀਨ ਦੇ ਬਾਰਡਰ ਤੇ ਵੀ ਲੱਗਿਆ ਹੋਇਆ, USA ਦੇ ਝੰਡੇ ਦੇ ਨਾਲ ਲੱਗਿਆ ਹੋਇਆ, ਕੈਨੇਡਾ ਦੇ ਝੰਡੇ ਦੇ ਨਾਲ ਲੱਗਿਆ ਹੋਇਆ। ਫਿਰ ਇਸ ਗੱਲ ਨੂੰ ਇੰਨੀ ਤੂਲ ਦਿੱਤੀ ਗਈ, ਕਿਵੇਂ ਸਮਝਦੇ ਹੋ ਇਹਨੂੰ ਤੁਸੀਂ, ਕਿ ਇਹਨੂੰ ਖਾਲਿਸਤਾਨੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ? ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਸ ਅੰਦੋਲਨ ਨੂੰ ਖਾਲਿਸਤਾਨੀ ਰੰਗਤ ਦੇਣ ਲਈ ਇਹ ਝੰਡੇ ਦੀ ਵਰਤੋਂ ਕੀਤੀ ਗਈ। ਉਹ ਝੰਡਾ ਕੋਈ ਖਾਲਿਸਤਾਨੀ ਨਹੀਂ। ਇਹ ਤੁਸੀਂ ਜਾਣਦੇ ਹੋਵੋਗੇ ਕਿ ਜਿਹੜੇ ਫੌਜ ਦੀਆਂ ਜਿਹੜੇ ਟਰੱਕ ਜਾਂਦੇ, ਫੌਜ ਦੀਆਂ ਗੱਡੀਆਂ ਜਾਂਦੀਆਂ ਜਾਂ ਫੌਜ ਦੇ ਜਿਹੜੇ ਹੈੱਡਕੁਆਟਰ, ਉੱਥੇ ਵੀ ਇਹ ਝੰਡਾ ਉੱਥੇ ਵੀ ਹੁੰਦਾ ਜੀ। ਜੇ ਫੌਜ ਦੇ ਵਿੱਚ ਉੱਥੇ ਤਿਰੰਗੇ ਦੇ ਨਾਲ ਇਹ ਵੀ ਹੁੰਦਾ ਔਰ ਹਿੰਦੂਆਂ ਵਾਲਾ ਝੰਡਾ ਵੀ ਹੁੰਦਾ, ਕਿਉਂਕਿ ਬਕਾਇਦਾ ਜਿੱਥੇ ਵੀ ਉਹਨਾਂ ਦੇ ਜਿੱਥੇ ਸਾਡੀਆਂ ਫੌਜਾਂ ਖੜੀਆਂ ਉੱਥੇ ਗੁਰਦੁਆਰੇ, ਔਰ ਗੁਰਦੁਆਰੇ ਤੇ ਇਹੀ ਸੇਮ ਝੰਡਾ ਹੁੰਦਾ। ਇਹ ਜਿਹੜਾ ਝੰਡਾ ਖਾਲਿਸਤਾਨ ਦਾ ਨਿਸ਼ਾਨ ਨਹੀਂ, ਇਹ ਸਾਡੇ ਸਿੱਖ ਧਰਮ ਦਾ ਨਿਸ਼ਾਨ ਹੈ ਨਾ। ਇਹਨੂੰ ਖਾਲਿਸਤਾਨੀ ਪੇਸ਼ ਕਰਨਾ ਇਹ ਸਰਕਾਰ ਦੀ ਸਰਾਸਰ ਗਲਤ ਨੀਤੀ ਹੈ। ਜੋ ਹੁਣ ਵੀ ਘਰਾਂ ਦੇ ਵਿੱਚ ਬੈਠੇ ਲੋਕ ਨੇ, ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ? ਅਸੀਂ ਲੋਕਾਂ ਨੂੰ ਅਪੀਲ, ਜਿਹੜੇ ਘਰਾਂ 'ਚ ਬੈਠੇ ਲੋਕ ਹੈ, ਅਸੀਂ ਉਹਨਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਆਪਣੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਜਿੰਨਾ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਇਹਨੂੰ ਕਿਸਾਨਾਂ ਨੂੰ ਜਾਗਰਤ ਕੀਤਾ ਜਾਵੇ। ਜਾਗਰਤ ਕਰਨ ਤੋਂ ਬਾਅਦ ਜੋ ਸਾਡੀ ਲੀਡਰਸ਼ਿਪ ਦੀਆਂ ਹਦਾਇਤਾਂ ਆਉਂਦੀਆਂ, ਉਹਦੇ ਮੁਤਾਬਕ ਅਸੀਂ ਇਹ ਮੂਵਮੈਂਟ ਨੂੰ ਜਿਹੜੀ ਹੈ ਤੇਜ਼ ਕਰੀਏ ਔਰ ਉਹਨਾਂ ਨੂੰ ਉੱਥੇ ਫੇਰ ਭੇਜੀਏ। ਹੁਣ ਜਿਵੇਂ ਲੀਡਰਸ਼ਿਪ ਦਾ ਕੱਲ੍ਹ ਉਹਨਾਂ ਨੇ, ਕਿਉਂਕਿ ਜਿਹੜੀ ਸਾਡੀ ਲੀਡਰਸ਼ਿਪ ਹੈ
ਉਹਨੇ ਮਹਿਸੂਸ ਕੀਤਾ ਵੀ ਸਾਡੀ ਭਾਵੇਂ ਉਹਦੇ ਵਿੱਚ ਸ਼ਮੂਲੀਅਤ ਨਹੀਂ ਸੀ, ਜਿਹੜਾ ਕਿ ਜੋ ਉੱਥੇ ਲਾਲ ਕਿਲ੍ਹੇ ਦੇ ਵਿੱਚ ਹੋਇਆ ਔਰ ਮਾੜੀ ਗੱਲ ਹੋਈ। ਅਸੀਂ ਉਹਨੂੰ ਸਮਝਦੇ ਉਹ ਗਲਤ ਹੋਇਆ, ਉਹਦੀ ਗਲਤੀ ਦਾ ਅਹਿਸਾਸ ਅਸੀਂ ਆਪਣੇ ਤੌਰ ਤੇ ਕਰ ਰਹੇ ਹਾਂ। ਪਹਿਲਾਂ ਹਾਲਾਂਕਿ ਅਸੀਂ ਉਹ ਗਲਤੀ ਕਰਨ ਵਾਲੇ ਨਹੀਂ, ਗਲਤੀ ਕਰਨ ਤੇ ਕਰਾਉਣ ਵਾਲੇ ਹੋਰ ਹੈ, ਲੇਕਿਨ ਅਸੀਂ ਉਹਦਾ ਪਛਤਾਵਾ ਕਰਨ ਲਈ ਕੱਲ੍ਹ ਗਾਂਧੀ ਡੇ ਦੇ ਉੱਤੇ ਮਤਲਬ ਭੁੱਖ ਹੜਤਾਲ, ਸਾਰਾ ਦਿਨ ਇੱਕ ਦਿਨ ਦੀ ਭੁੱਖ ਹੜਤਾਲ ਦੀ ਕਰ ਰਹੇ ਹਾਂ, ਕਿਉਂਕਿ ਉੱਥੇ ਵੀ ਕਰ ਰਹੇ। ਇਸ ਕਰਕੇ ਜਿੱਥੇ ਵੀ ਸਾਡੇ ਇਹ ਆਪਣੇ ਧਰਨੇ ਲੱਗੇ ਹੋਏ ਨੇ ਉੱਥੇ ਹੀ ਸਾਡੇ ਅਸੀਂ ਭੁੱਖ ਹੜਤਾਲ ਕਰਾਂਗੇ, ਕਿਉਂਕਿ ਜੇ ਸਾਡੀ ਤੁਸੀਂ ਅੰਦਾਜ਼ਾ ਲਾਓ ਕਿ ਜੇ ਸਾਡਾ ਇਹ ਡਾਲਰ ਡਾਊਨ ਜਾਂਦਾ ਤੇ ਪੰਜਾਬ ਦੇ ਵਿੱਚ ਜਿੱਥੇ ਵੀ ਇਹਨਾਂ ਵੱਡੀਆਂ ਕੰਪਨੀਆਂ ਦੀਆਂ ਮਾਲ ਹੈ, ਜਿੱਥੇ ਇਹਨਾਂ ਦੇ ਪੈਟਰੋਲ ਪੰਪ ਹੈ, ਜਿੱਥੇ ਇਹ ਜਿਹੜੇ ਲੀਡਰ ਹੈ ਉਹਨਾਂ ਦੇ ਘਰਾਂ ਦੇ ਸਾਹਮਣੇ ਧਰਨੇ ਲੱਗੇ, ਅਜੇ ਤੱਕ ਇੱਕ ਵੀ ਧਰਨਾ ਚੱਕ ਨਹੀਂ ਹੋਇਆ ਪੰਜਾਬ ਦੇ ਵਿੱਚ। ਕੋਈ ਵੀ ਤੁਸੀਂ ਦੱਸ ਸਕਦੇ ਹੋ ਫਲਾਣੇ ਥਾਂ ਤੋਂ ਕੋਈ ਧਰਨਾ ਚੱਕ ਹੋ ਗਿਆ? ਜੇ ਨਹੀਂ ਚੱਕ ਹੋਇਆ ਤਾਂ ਇਹਦਾ ਮਤਲਬ ਸਾਡੀ ਮੂਵਮੈਂਟ ਜਿਹੜੀ ਚੜ੍ਹਦੀ ਕਲਾ 'ਚ ਇਹ ਡਾਊਨ ਹੋ ਜਾ। ਜੋ ਸੰਸਦ ਤੱਕ ਪੈਦਲ ਮਾਰਚ ਨੂੰ ਕੈਂਸਲ ਕੀਤਾ ਗਿਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਇਸ ਲਈ ਉਹ ਸਟ੍ਰੈਟਜੀ ਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਉਹ ਸਾਡੀ ਸਟ੍ਰੈਟਜੀ ਦਾ ਕਿਉਂਕਿ ਪ੍ਰੋਗਰਾਮ ਸੀ, ਉਹ ਦਾਅਵੇ 'ਚ ਹੈ ਕਿ ਅਸੀਂ ਇੱਕ ਕਦਮ ਪਿੱਛੇ ਵੀ ਕਰ ਸਕਦੇ ਹਾਂ ਹੋਰ ਜੀ, ਕਿਉਂਕਿ ਉਹ ਫੈਸਲਾ ਪਈ ਉਸ ਦਿਨ ਨਾ ਕੀਤਾ ਜਾਵੇ। ਸਾਡੇ ਨਾਲ ਇਸ ਟਾਈਮ ਨੇ ਜੀ ਕਿਸਾਨ ਯੂਨੀਅਨ ਕਾਦੀਆਂ ਦੇ ਸੀਨੀਅਰ ਮੀਤ ਪ੍ਰਧਾਨ ਗੁਰਚੇਤਨ ਸਿੰਘ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਸੀਂ ਕਿਵੇਂ ਦੇਖਦੇ ਹੋ ਜੀ ਜੋ ਗਣਤੰਤਰ ਦਿਵਸ ਦੇ ਵਿੱਚ ਘਟਨਾ ਹੋਈ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਤੁਸੀਂ ਦੇਖਦੇ ਹੋ ਵੀ 4 ਮਹੀਨੇ ਹੋ ਗਏ, 4 ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਾ ਆ। ਜੇ ਸੰਘਰਸ਼ ਸੀਗਾ ਬੜਾ ਹੀ ਸ਼ਾਂਤੀਪੂਰਨ ਚੱਲ ਰਿਹਾ ਸੀਗਾ, ਔਰ ਇਸ ਦੀ ਇੱਕ ਕੜੀ ਸੀ ਕਿ ਅਸੀਂ ਇੱਕ ਬਹੁਤ ਵੱਡਾ ਜਿਹੜਾ ਪਰੇਡ ਮਾਰਚ ਜਿਹੜਾ ਦਿੱਲੀ ਦੇ ਵਿੱਚ 26 ਗਣਤੰਤਰ ਦਿਵਸ ਤੇ ਕੱਢਣਾ ਸੀ, ਔਰ ਉਸ ਦੀ ਪੂਰੀ ਭੂਮਿਕਾ ਬਣਾਈ ਗਈ ਸੀਗੀ, ਔਰ ਬਹੁਤ ਵਧੀਆ ਤਰੀਕੇ ਦੇ ਨਾਲ ਝਾਕੀਆਂ ਬਣਾ ਕੇ ਦਿੱਲੀ ਦੇ ਵਿੱਚ ਅਸੀਂ ਉਹ ਪਰੇਡ ਕੱਢਣੀ ਸੀਗੀ, ਜਿਹਦੇ ਵਿੱਚ ਲੱਖਾਂ ਟਰੈਕਟਰਾਂ ਦੀ ਸ਼ਮੂਲੀਅਤ ਸੀਗੀ, ਔਰ ਇਸ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਉਹ ਲੋਕਾਂ ਦੇ ਵਿੱਚ ਵਿਚਰ ਕੇ ਦਿਖਾਲਣਾ ਸੀਗਾ ਕਿ ਕਿਸਾਨ ਬੜੀ ਸ਼ਾਂਤੀਪੂਰਵਕ ਜਿਹੜੇ 3 ਕਾਲੇ ਕਾਨੂੰਨ ਬਣਾਏ ਗਏ ਆ ਉਹਦੇ ਵਿਰੋਧ ਵਿੱਚ ਗਣਤੰਤਰ ਦਿਵਸ ਦੇ ਉੱਤੇ ਟਰੈਕਟਰ ਮਾਰਚ ਕਰ ਰਹੇ ਆ। ਔਰ ਲੇਕਿਨ ਇਸ ਨੂੰ ਤਾਰ-ਪੀਟੋ ਕਰਨ ਵਾਸਤੇ ਸਾਜ਼ਿਸ਼ਾਂ ਜਿਹੜੀਆਂ ਬੀਜੇਪੀ ਪਾਰਟੀ ਨੇ ਔਰ ਆਰਐਸਐਸ ਨੇ ਪਹਿਲਾਂ ਹੀ ਘੜੀਆਂ ਗੁੰਦੀਆਂ ਹੋਈਆਂ ਸਨ। ਪਤਾ ਕਿਉਂਕਿ ਜਿਹੜਾ ਸ਼ਾਂਤੀਪੂਰਵਕ ਅਸੀਂ ਮਾਰਚ ਸਾਡਾ ਸ਼ੁਰੂ ਹੋਇਆ 26 ਤਰੀਕ ਨੂੰ, ਉਹਦੇ ਵਿੱਚ ਕੁਝ ਅਨਸਰ ਇੱਦਾਂ ਦੇ ਆ ਗਏ ਜਿਹਦੇ ਵਿੱਚ ਪੁਲਿਸ ਦੀ ਵਰਦੀ ਦੇ ਵਿੱਚ ਵੀ ਸ਼ਾਮਲ ਹੋਏ ਆਰਐਸਐਸ ਦੇ ਬੰਦੇ, ਔਰ ਸਾਦੀ ਵਰਦੀ ਦੇ ਵਿੱਚ ਵੀ ਬੀਜੇਪੀ ਦੇ ਬੰਦੇ ਸ਼ਾਮਲ ਹੋਏ। ਕੁਝ ਸਾਡੇ ਨੌਜਵਾਨ ਜਿਨ੍ਹਾਂ ਦਾ ਨਾਮ ਸਾਡੇ ਸਾਹਮਣੇ ਆ ਚੁੱਕਾ ਹੈ, ਜਿਨ੍ਹਾਂ ਦੇ ਮਗਰ ਸਾਡਾ ਕੋਈ ਭੋਲਾ ਭਾਲਾ ਨੌਜਵਾਨ ਕੁਝ ਵਰਗ ਲੱਗਾ ਵੀ ਹੋਇਆ ਸੀਗਾ, ਜਿਹਦੇ ਵਿੱਚ ਦੀਪ ਸਿੱਧੂ ਤੇ ਲੱਖਾ ਸਿਧਾਣਾ ਜਿਹੜੇ 25 ਤਰੀਕ ਨੂੰ ਜਿਹੜਾ ਸਟੇਜ ਤੇ ਸ਼ਾਮ ਨੂੰ ਕਬਜ਼ਾ ਕੀਤਾ, ਉਹਨਾਂ ਨੇ ਵਰਗ ਲਾ ਕੇ ਨੌਜਵਾਨਾਂ ਨੂੰ ਆਪਣੇ ਮਗਰ ਲਾਇਆ। ਜਦ ਕਿ ਜਥੇਬੰਦੀਆਂ ਦਾ ਸਾਡੇ ਲੀਡਰਾਂ ਦਾ ਜਿਹਨਾਂ ਇਹ ਮਾਰਚ ਚੱਲਣਾ ਸੀ ਉਹ 10 ਵਜੇ ਦਾ ਟਾਈਮ ਸੀ, ਔਰ ਬੜੀ ਸ਼ਾਂਤੀਪੂਰਵਕ ਚੱਲਣਾ ਸੀਗਾ। ਮੂਹਰੇ ਸਾਡੇ ਜਥੇਬੰਦੀਆਂ ਨੇ ਹੋਣੇ ਸੀ, ਨਾਲ ਸਾਡੇ ਵਲੰਟੀਅਰ ਹੋਣੇ ਸੀਗੇ, ਲੇਕਿਨ ਉਸ ਨੌਜਵਾਨਾਂ ਨੇ ਔਰ ਇੱਕ ਜਥੇਬੰਦੀ ਨੇ ਵੀ ਇਹਦੇ ਵਿੱਚ ਜਿਹੜੀ ਆਪਣੀ ਭੂਮਿਕਾ ਨਿਭਾਈ ਉਹ ਬੜੀ ਗਲਤ ਤਰੀਕੇ ਦੀ ਸੀ। ਉਹਨਾਂ ਨੇ ਜਿਹੜਾ 10 ਵਜੇ ਦਾ ਟਾਈਮ ਸੀ ਉਹਨੂੰ 7 ਵਜੇ 6 ਵਜੇ 7 ਵਜੇ ਦੇ ਵਿੱਚ ਹੀ ਆਪਣੀਆਂ ਟਰਾਲੀਆਂ ਤੇ ਟਰੈਕਟਰ ਮੂਹਰੇ ਕੱਢ ਕੇ ਖੜੇ ਹੋ ਗਏ, ਔਰ ਉਹ ਟਰੈਕਟਰ ਉਹਨਾਂ ਨੇ ਜਿਹੜਾ ਕਿ 10 ਵਜੇ ਅਸੀਂ ਮਾਰਚ ਸ਼ੁਰੂ ਕਰਨਾ ਸੀ, ਉਹਨਾਂ ਨੇ 6-7 ਵਜੇ ਬੈਰੀਅਰ ਤੋੜ ਕੇ ਅੱਗੇ ਨਿਕਲ ਗਏ। ਜਦੋਂ ਅੱਗੇ ਗਏ ਸਾਡੇ ਜੋ 10 ਵਜੇ ਤੋਂ ਇਹ ਚੱਲੇ, ਉਹ ਅੱਗੇ ਜਾ ਕੇ ਜਿਹੜਾ ਸਾਨੂੰ 5 ਰੂਟ ਅਲਾਟ ਕੀਤੇ ਗਏ ਸੀਗੇ ਉਹਨਾਂ ਰੂਟਾਂ 'ਤੇ ਜਾਣਾ ਸੀਗਾ, ਲੇਕਿਨ ਮੂਹਰੇ ਪੁਲਿਸ ਨੇ ਉਹਦੇ ਬੈਰੀਅਰ ਕੱਟ ਲਾ ਕੇ ਰਿੰਗ ਰੋਡ 'ਤੇ ਉਹਨਾਂ ਨੂੰ ਪਾਇਆ ਗਿਆ। ਉਹਦੇ ਵਿੱਚ ਪਹਿਲਾਂ ਇੱਕ ਬੱਸ ਖੜੀ ਸੀ, ਔਰ ਉਹਨਾਂ ਦੇ ਜਿਹੜੇ ਬੀਜੇਪੀ ਦੇ ਜਿਹੜੇ ਸਾਦੀ ਵਰਦੀ ਵਿੱਚ ਆਰਐਸਐਸ ਦੇ ਬੰਦੇ ਸੀਗੇ ਉੱਥੇ ਮੌਜੂਦ ਸੀਗੇ, ਔਰ ਸਾਡੇ ਨੌਜਵਾਨ ਵੀ ਉਹਨਾਂ ਦੇ ਨਾਲ ਕੁਝ ਹੋ ਗਏ ਸੀ। ਜਿਸ ਵੇਲੇ ਉਹਨੂੰ ਪਾਇਆ ਤੇ ਜਿਹੜੇ ਸਾਡੇ ਭੋਲੇ ਭਾਲੇ ਨੌਜਵਾਨ ਟਰੈਕਟਰਾਂ ਦੇ ਉੱਤੇ ਸੀ ਵੀ ਉਹ ਵੀ ਰਿੰਗ ਰੋਡ ਨੂੰ ਚੱਲ ਪਏ। ਉਹ ਜਿਹੜਾ 10 ਵਜੇ ਦਾ ਟਾਈਮ ਜਿਹੜਾ ਸੀਗਾ ਸਾਡਾ ਨੀਅਤ ਪਹਿਲਾਂ ਤਾਂ ਉਹ ਸਾਡੇ ਇਹਨਾਂ ਨੇ ਖਤਮ ਕੀਤਾ, ਇਹ ਪਹਿਲਾਂ ਚੱਲ ਕੇ ਜਾ ਕੇ ਉੱਥੇ ਚੱਲ ਗਏ, ਔਰ ਇਸ ਕੇ ਭੋਲੇ ਭਾਲੇ ਸਾਡੇ ਨੌਜਵਾਨ ਵੀ ਪਿੱਛੇ ਉਹ ਲਾਲ ਕਿਲ੍ਹੇ ਤੇ ਪਹੁੰਚ ਗਏ। ਲਾਲ ਕਿਲ੍ਹੇ ਦੇ ਪੁੱਜੇ ਪਹਿਲਾਂ ਸਕੀਮ ਦੇ ਮੁਤਾਬਕ ਜੋ ਵੀ ਬਣਾਇਆ ਗਿਆ ਸੀਗਾ, ਪਹਿਲਾਂ ਹੀ ਉੱਥੇ 1000 ਬੰਦਾ ਜਿਹੜਾ ਸੀਗਾ ਬੀਜੇਪੀ ਦਾ ਔਰ ਆਰਐਸਐਸ ਦਾ ਪਹਿਲਾਂ ਉੱਥੇ ਮੌਜੂਦ ਸੀਗਾ, ਔਰ ਉਹਦਾ ਬਿਲਕੁਲ ਉਹਦਾ ਜਿਹੜਾ ਸੀਗਾ ਅੱਜ ਸਭ ਕੁਝ ਬਾਤ ਸਾਹਮਣੇ ਆ ਚੁੱਕਾ ਹੈ ਕਿ ਉਸਦੇ ਫਾਟਕ ਪਹਿਲਾਂ ਖੁੱਲ੍ਹੇ ਸੀਗੇ, ਔਰ ਉੱਥੇ ਜਿਹੜੀ ਪੁਲਿਸ ਥੋੜ੍ਹੀ ਬੈਠੀ ਸੀਗੀ, ਜੋ ਵੀ ਪੁਲਿਸ ਸੀਗੀ ਉਹ ਆਪਣੇ ਆਰਾਮ ਨਾਲ ਕੁਰਸੀਆਂ 'ਤੇ ਬੈਠੇ ਰਹੇ। ਜਦੋਂ ਟਰੈਕਟਰ ਗਏ ਉਹ ਬੜੇ ਆਰਾਮ ਦੇ ਨਾਲ ਅੰਦਰ ਚਲੇ ਗਏ,
ਉਹਨਾਂ ਦੇ ਔਰ 4 ਘੰਟੇ ਕੋਈ ਪੁਲਿਸ ਨਹੀਂ ਉੱਥੇ ਆਈ। 4 ਘੰਟੇ ਦੇ ਵਿੱਚ ਉਹਨਾਂ ਨੇ ਪੂਰਾ ਫਲੈਗ ਵੀ ਚੜਾਇਆ ਉੱਥੇ, ਭਾਵੇਂ ਉਹ ਇੱਕ ਨਿਸ਼ਾਨ ਸੀ, ਸਿੱਖ ਕੌਮ ਦਾ ਨਿਸ਼ਾਨ ਸੀਗਾ, ਉਹ ਕੋਈ ਉਹਦੀ ਬੇਅਦਬੀ ਨਹੀਂ ਕੀਤੀ ਤਿਰੰਗੇ ਦੀ। ਉਹਦੇ ਨਾਲ ਕਿਸਾਨੀ ਝੰਡਾ ਵੀ ਚੜਾਇਆ ਗਿਆ। ਉਹਨਾਂ ਜ਼ਿਕਰ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ। ਔਰ ਜਦੋਂ ਬਾਅਦ ਵਿੱਚ ਪੁਲਿਸ ਆਈ, ਜਿਸ ਵੇਲੇ ਸਭ ਕੁਝ ਹੋ ਗਿਆ, ਇੱਕ ਸਾਜ਼ਿਸ਼ ਸੀਗੀ ਇਹ ਬਿਲਕੁਲ ਉਹਨਾਂ ਨੇ ਇੱਕ ਸਕੀਮ ਪੂਰੀ ਬਣਾਈ ਹੋਈ ਸੀਗੀ। ਔਰ ਉਹ ਉਦੋਂ ਬਾਅਦ ਪੁਲਿਸ ਨੇ ਐਕਸ਼ਨ ਸ਼ੁਰੂ ਕੀਤਾ। ਉਹਦੇ ਵਿੱਚ ਦੇਖੋ ਉਹ ਭਾਵੇਂ ਉਹ ਕੁਛ ਵੀ ਹੋਇਆ, ਲੇਕਿਨ ਉਹਦੇ ਵਿੱਚ ਸਾਡੇ ਨੌਜਵਾਨਾਂ ਨੂੰ ਭੋਲੇ ਭਾਲਿਆਂ ਨੂੰ ਉੱਥੇ ਗਲਤ ਤਰੀਕੇ ਨਾਲ ਲਿਜਾਇਆ ਗਿਆ, ਜਦ ਕਿ ਉੱਧਰ ਜਾਣ ਦਾ ਸਾਡਾ ਕੋਈ ਰੂਟ ਹੀ ਨਹੀਂ ਸੀਗਾ। ਜਿਹੜੇ ਸਾਨੂੰ ਰੂਟ ਅਲਾਟ ਹੋਏ ਸੀ ਇਹਨੇ ਉਹਨਾਂ ਦੇ ਉੱਤੇ ਜਾਣਾ ਸੀਗਾ, ਲੇਕਿਨ ਉਹ ਰੂਟ ਨੂੰ ਬਦਲਿਆ ਗਿਆ। ਉਹ ਜਾਣ ਬੁੱਝ ਕੇ ਰਿੰਗ ਰੋਡ ਤੇ ਪਾ ਕੇ ਸਾਡੇ ਨੌਜਵਾਨਾਂ ਵੀਰਾਂ ਨੂੰ, ਟਰੈਕਟਰ ਵਾਲਿਆਂ ਨੂੰ ਉੱਥੇ ਲਿਜਾਇਆ ਗਿਆ। ਔਰ ਇਹ ਜਿਹੜੀ ਸੈਂਟਰ ਸਰਕਾਰ ਦੀ, ਫੈਡਰਲ ਸਰਕਾਰ ਦੀ ਸੀਗੀ, ਇੱਕ ਬਿਲਕੁਲ ਸੋਚੀ ਸਮਝੀ ਸਾਜ਼ਿਸ਼ ਸੀ। ਉਹਦੇ ਅਧੀਨ ਹੀ ਸਭ ਕੁਝ ਹੋਇਆ, ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਜੋ ਸੰਘਰਸ਼ ਸ਼ਾਂਤੀਪੂਰਵਕ ਚੱਲਿਆ ਉਹਨੂੰ ਥੋੜ੍ਹਾ ਬਾੜਾ ਤਾਰ-ਪੀਟੋ ਕੀਤਾ ਜਾਵੇ, ਇਹਨੂੰ ਥੋੜ੍ਹਾ ਕਮਜ਼ੋਰ ਕੀਤਾ ਜਾਵੇ। ਇਸ ਕਰਕੇ ਉਹਦੇ ਸਾਜ਼ਿਸ਼ ਦੇ ਵਿੱਚ ਸਾਡਾ ਕੋਈ ਵੀ ਹਿੱਸਾ ਨਹੀਂ ਹੈ, ਸਾਡੇ ਕਿਸਾਨਬੰਦੀ ਦਾ ਕੋਈ ਹਿੱਸਾ ਨਹੀਂ। ਚਾਹੇ ਇੱਥੇ ਤੱਕ ਕਿ ਸਾਡੇ ਲੀਡਰਾਂ ਨੂੰ ਜੋ ਕੁਛ ਹੈ ਉਹਦਾ ਪਤਾ ਵੀ ਨਹੀਂ ਸੀਗਾ ਵੀ ਇੱਦਾਂ ਹੋਇਆ। ਜੋ ਉੱਥੇ ਮੌਤਾਂ ਹੋਈਆਂ, ਕਾਫੀ ਜ਼ਖਮੀ ਵੀ ਹੋਏ ਉੱਥੇ ਨੌਜਵਾਨ, ਰਿੰਗ ਰੋਡ ਦੇ ਉੱਪਰ ਜੋ ਵੀ ਘਟਨਾ ਹੋਈ, ਔਰ ਉਹਦੇ ਲਈ ਕਿਹਨੂੰ ਜ਼ਿੰਮੇਦਾਰ ਮੰਨਦੇ ਹੋ ਤੁਸੀਂ? ਦੇਖੋ ਜੀ, ਉਸ ਵੇਲੇ ਜੋ ਕੁਛ ਉੱਥੇ ਹੋਇਆ, ਜਿੱਥੇ ਪੁਲਿਸ ਸੀ, ਪੁਲਿਸ ਦੀ ਵਰਦੀ ਦੇ ਵਿੱਚ ਬਹੁਤ ਸਾਰੇ RSS ਦੇ ਬੰਦੇ ਸੀਗੇ ਜਿਨ੍ਹਾਂ ਨੇ ਇਹ ਘਿਨੌਣੇ ਕੰਮ ਕੀਤਾ। ਉਹਨਾਂ ਨੇ ਟਰੈਕਟਰ ਵੀ ਤੋੜਿਆ, ਉਹਨਾਂ ਨੇ ਗੱਡੀਆਂ ਵੀ ਤੋੜੀਆਂ ਆ, ਉਹਨਾਂ ਨੇ ਗੋਲੀ ਵੀ ਚਲਾਈ ਆ, ਔਰ ਗੋਲੀ ਨਾਲ ਸਾਡੇ 2 ਨੌਜਵਾਨ ਸ਼ਹੀਦ ਵੀ ਹੋਏ ਆ। ਲੇਕਿਨ ਉਹਨਾਂ ਦੀ ਸਪੋਰਟ ਜਿਹੜੀ ਪਿੱਛੇ BJP ਦੀ ਔਰ ਸੈਂਟਰ ਸਰਕਾਰ ਦੀ ਪੂਰੀ ਸੀ। ਉਹਨਾਂ ਨੇ ਆਪਣੇ ਗੁੰਡੇ ਪਹਿਲਾਂ ਹੀ ਉੱਥੇ ਉਹਨਾਂ ਨੇ ਖੜੇ ਕੀਤੇ ਹੋਏ ਸਨ, ਉਹ ਵਿੱਚ ਬਾੜੇ ਹੋਏ ਸੀ ਪੁਲਿਸ ਦੀ ਵਰਦੀ ਦੇ ਵਿੱਚ ਵੀ। ਇਸ ਕਰਕੇ ਇਹ ਘਿਨੌਣੀ ਹਰਕਤ ਹੋਈ ਆ। ਲੇਕਿਨ ਇੱਧਰੋਂ ਕਿਸੇ ਪਾਸਿਓਂ ਵੀ ਕਿਸੇ ਵੀ ਜਥੇਬੰਦੀ ਦੇ ਕਿਸਾਨਾਂ ਵੀਰਾਂ ਨੇ ਕੋਈ ਐਸਾ, ਨਾ ਨੌਜਵਾਨਾਂ ਨੇ ਕੋਈ ਐਸਾ ਨਹੀਂ ਕੀਤੀ, ਪਹਿਲ ਉਹਨਾਂ ਨੂੰ ਕੀਤੀ ਗਈ ਆ। ਔਰ ਟਰੈਕਟਰ ਬਣੇ ਜ਼ਿੰਮੇਵਾਰ ਇਸ ਵੇਲੇ BJP ਸਰਕਾਰ, ਖੁਦ ਸੈਂਟਰ ਸਰਕਾਰ ਵਾ, ਫੈਡਰਲ ਸਰਕਾਰ ਵਾ, ਜਦ ਕਿ ਇਹਨਾਂ ਨੂੰ ਕੁਛ ਜਥੇਬੰਦੀਆਂ ਨੂੰ ਕੋਈ ਐਸੀ ਹਰਕਤ ਨਹੀਂ ਕੀਤੀ। ਜਿਵੇਂ ਲੱਖਾ ਸਿਧਾਣਾ ਔਰ ਦੀਪ ਸਿੱਧੂ ਨੂੰ ਗੱਦਾਰ ਕਿਹਾ ਗਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਾਫੀ ਸਮੇਂ ਤੋਂ ਲੱਖਾ ਸਿਧਾਣਾ ਨੇ ਪਿੰਡ-ਪਿੰਡ ਜਾ ਕੇ ਕਾਫੀ ਯੂਥ ਨੂੰ ਉਹਨਾਂ ਨੇ ਅੰਦੋਲਨ ਦੇ ਵੱਲ ਨੂੰ ਕੀਤਾ, ਕਾਫੀ ਯੂਥ ਨੂੰ ਜਗਾਉਣ ਵਿੱਚ ਵੀ ਉਹ ਸੀ, ਉਹ ਹੁਣ ਉਹਨਾਂ ਨੂੰ ਗੱਦਾਰ ਕਿਹਾ ਜਾ ਰਿਹਾ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਲੱਖਾ ਸਿਧਾਣਾ ਤੇ ਦੀਪ ਸਿੱਧੂ ਅਗਰ ਇਹ ਵਫਾਦਾਰ ਹੁੰਦੇ, ਇਹਨਾਂ ਨੇ ਕਦੀ ਵੀ ਸ਼ੰਭੂ ਤੇ ਆਪਣਾ ਕੱਲਾ ਮੋਰਚਾ ਨਹੀਂ ਖੋਲ੍ਹਣਾ ਸੀਗਾ। ਤੁਸੀਂ ਇਹ ਨਾ ਸਮਝੋ ਕਿ ਇਹਨਾਂ ਚੀਜ਼ਾਂ ਬਾਰੇ ਜਥੇਬੰਦੀਆਂ ਨੂੰ ਨਹੀਂ ਪਤਾ ਸੀਗਾ। ਸਾਡੇ ਜਿਹੜੇ ਉੱਥੇ 32 ਜਥੇਬੰਦੀਆਂ ਸੀ, ਉਹ ਲੀਡਰ ਬਿਲਕੁਲ ਇਸ ਤੋਂ ਬਿਲਕੁਲ ਜਾਣਦੇ ਸੀ ਕਿ ਕੀ ਕਰ ਰਹੇ ਆ। ਲੇਕਿਨ ਇੱਕ ਇਹ ਸੀ ਕਿ ਸਾਡਾ ਯੂਥ ਕੁਛ ਜੁੜ ਚੁੱਕਾ ਸੀ ਉਹਦੇ ਨਾਲ। ਉਹ ਇਹ ਚਾਹੁੰਦੇ ਸੀ ਕਿ ਅਸੀਂ ਏਕਾ ਰੱਖਣਾ ਹੈ, ਇਸ ਕਰਕੇ ਉਹ ਨਖੇੜਨਾ ਨਹੀਂ ਚਾਹੁੰਦੇ ਸੀਗੇ। ਇਸ ਕਰਕੇ ਉਹ ਯੂਥ ਜਿਹੜਾ ਇਸ ਵੇਲੇ ਇਸ ਮੋਰਚੇ ਦਾ ਇੱਕ ਮੁੱਖ ਹਿੱਸਾ ਆ, ਜਿਹਦੇ ਨਾਲ ਜਥੇਬੰਦੀਆਂ ਨੇ ਚੱਲਣਾ ਸੀਗਾ। ਇਸੇ ਕਰਕੇ ਜਿਸ ਵੇਲੇ ਦਿੱਲੀ ਅਸੀਂ ਪਹੁੰਚੇ ਆ, ਸਾਡੇ ਜਥੇਬੰਦੀਆਂ ਨੇ ਦੀਪ ਸਿੱਧੂ ਨੂੰ ਸਟੇਜ ਤੋਂ ਬੋਲਣ ਤੋਂ ਨਾ ਕਰ ਦਿੱਤੀ ਸੀ। ਲੱਖਾ ਸਿਧਾਣਾ ਵੀ ਗਿਆ। ਲੱਖਾ ਸਿਧਾਣਾ ਆਪਣੀ ਮਰਜ਼ੀ ਨਾਲ ਟਾਈਮ ਲਾਉਣਾ ਚਾਹੁੰਦਾ ਸੀਗਾ, ਔਰ ਉੱਥੇ ਆਪਣਾ ਪਾਵਰ ਵੀ, ਤਾਕਤ ਨੂੰ ਵੀ ਦਿਖਾਉਣਾ ਚਾਹੁੰਦਾ ਸੀ। ਲੇਕਿਨ ਉਹਨੂੰ ਸਮਝਾਇਆ ਗਿਆ ਕਿ ਤੁਸੀਂ ਜੇ ਸਟੇਜ ਤੇ ਬੋਲਣਾ ਹੈ ਤਾਂ ਟਾਈਮ ਨਾਲ ਬੋਲੋ, ਉਹ ਤੁਹਾਨੂੰ ਟਾਈਮ ਜ਼ਰੂਰ ਦਿੱਤਾ ਜਾਵੇਗਾ। ਇਹ ਨਹੀਂ ਸੀ ਕਿ ਇਹਨਾਂ ਤੋਂ ਜਥੇਬੰਦੀਆਂ ਵੇਚਲੀਆਂ ਸੀ, ਸਾਡੇ ਲੀਡਰ ਵੇਚਲੇ ਨਹੀਂ ਸੀ। ਲੇਕਿਨ ਉਹ ਏਕੇ ਦੇ ਵਿੱਚ ਭੰਗ ਨਹੀਂ ਕਿਸ ਤਰ੍ਹਾਂ ਪਾਉਣਾ ਚਾਹੁੰਦੇ ਸੀ, ਕਿਉਂਕਿ ਸਾਡਾ ਮੋਰਚਾ ਜਿਹੜਾ ਸੰਘਰਸ਼ ਸਾਡਾ ਅੱਗੇ ਵੱਧ ਸਕੇ। ਇਸ ਕਰਕੇ ਉਹਨਾਂ ਨੇ ਜੋ 25 ਤਰੀਕ ਨੂੰ ਇਹਨਾਂ ਨੇ ਰਾਤ ਨੂੰ ਸਟੇਜ ਤੇ ਕਬਜ਼ਾ ਕਰਕੇ ਜੋ ਇਹਨਾਂ ਨੇ ਕੀਤਾ ਸੀ, ਉਸ ਵਿੱਚ ਦੀਪ ਸਿੱਧੂ ਵੀ ਸੀਗਾ, ਲੱਖਾ ਸਿਧਾਣਾ ਵੀ ਸੀਗਾ, ਤੇ ਬਾਕੀ ਕੁਝ ਨੌਜਵਾਨ ਵਰਗ ਲਾਏ ਜਿਹੜੇ ਸੀ ਇਹਨਾਂ ਦੇ ਨਾਲ ਸੀਗੇ। ਉਸ ਵੇਲੇ ਸਾਡੀ ਜਥੇਬੰਦੀਆਂ ਨੇ ਬੜੇ ਸੰਜਮ ਤੋਂ ਕੰਮ ਲਿਆ। ਉਹ ਇਹ ਚਾਹੁੰਦੇ ਸੀ ਵੀ ਜੇ ਅਸੀਂ ਇੱਥੇ ਇਹਨਾਂ ਨਾਲ ਕੋਈ ਲੜਾਈ ਝਗੜਾ ਕਰਾਂਗੇ ਤਾਂ ਜਿਹੜਾ ਸਵੇਰ ਨੂੰ ਸਾਡਾ ਐਡਾ ਵੱਡਾ ਟਰੈਕਟਰ ਮਾਰਚ ਨਿਕਲਣਾ, ਉਹਦੇ ਵਿੱਚ ਵਿਘਨ ਪਏਗਾ, ਉਹ ਮੁਲਤਵੀ ਵੀ ਨਾ ਕਰਨਾ ਪੈ ਜਾਵੇ। ਉਸ ਵੇਲੇ ਸੰਜਮ ਤੋਂ ਲੈ ਕੇ ਕੰਮ ਲੈ ਕੇ ਇਹਨਾਂ ਨੂੰ ਸਮਝਾਇਆ ਗਿਆ, ਬਹੁਤ ਸਾਰੀ ਕੋਸ਼ਿਸ਼ ਕੀਤੀ ਗਈ। ਲੇਕਿਨ ਕੋਸ਼ਿਸ਼ ਦੇ ਬਾਵਜੂਦ ਵੀ ਇਹਨਾਂ ਨੇ ਜੋ ਕਰਨਾ ਸੀਗਾ, ਕਿਉਂਕਿ ਅੰਦਰ ਗਤੀ ਦੀਪ ਸਿੱਧੂ ਜਿਹੜਾ ਸੀਗਾ ਉਹ RSS ਦਾ ਬੰਦਾ, BJP ਦਾ ਬੰਦਾ ਆ। ਇਹ ਨਹੀਂ ਪਤਾ ਵੀ ਨਹੀਂ ਪਤਾ ਸੀ, ਸਭ ਕੁਝ ਪਤਾ ਸੀ। ਇਸ ਕਰਕੇ ਜਥੇਬੰਦੀਆਂ ਨੇ ਏਕੇ ਨੂੰ ਬਰਕਰਾਰ ਰੱਖਣ ਵਾਸਤੇ ਉਹਦੇ ਵਿੱਚ ਸਮੂਲੀਅਤ ਨਹੀਂ ਬਹੁਤ ਕੀਤੀ, ਤਾਂ ਕਿ ਸਾਡਾ ਜਿਹੜਾ ਸਵੇਰ ਦਾ ਪਰੇਡ ਜਿਹੜੀ ਕੱਢਣੀ, ਟਰੈਕਟਰ ਪਰੇਡ, ਉਹਦੇ ਕੋਈ ਵਿਘਨ ਨਾ ਪਵੇ। ਤੁਹਾਨੂੰ ਵਿਅਕਤੀਗਤ ਤੌਰ ਤੇ ਲੱਗਦਾ ਕਿ ਲੱਖਾ ਸਿਧਾਣਾ ਔਰ ਦੀਪ ਸਿੱਧੂ ਗੱਦਾਰ ਹੈ? ਦੇਖੋ, ਵਿਅਕਤੀ ਤੌਰ ਤੇ ਚੀਜ਼ ਹੈ, ਜੋ ਜਿਸ ਤਰ੍ਹਾਂ ਉਹਨਾਂ ਨੇ 25 ਤਰੀਕ ਦੀ ਜਿਹੜੀ ਭੂਮਿਕਾ ਨਿਭਾਈ ਆ,
ਠੀਕ ਆ ਉਹ ਪਹਿਲਾਂ ਯੂਥ ਜੋਨ ਦੇ ਵਿੱਚ ਉਹ ਕਾਮਯਾਬ ਹੋਏ। ਕੁਦਰਤੀ ਗੱਲ ਹੁੰਦਾ ਯੂਥ ਨੌਜਵਾਨ ਨਾਲ ਜੁੜਦਾ ਆ ਔਰ ਉਹ ਭੂਮਿਕਾ ਵਧੀਆ ਨਿਭਾਉਂਦਾ ਆ। ਲੇਕਿਨ ਜਿਹੜੀ 25 ਤਰੀਕ ਦੀ ਉਹਨਾਂ ਦੀ ਭੂਮਿਕਾ ਸੀ ਜੋ ਸ਼ਰਾਰਤ ਵਾਲੀ ਸੀ, ਉਹ ਤੋਂ ਪੂਰਾ ਸ਼ੱਕ ਪੈ ਗਿਆ ਕਿ ਅੰਦਰ ਗਤੀ ਇਹਨਾਂ ਨੇ ਜੋ ਹੁਣ ਤੁਹਾਨੂੰ ਪਤਾ ਵੀ 2.5 ਲੱਖ ਦੇ ਡਾਲਰ ਜਿਹੜਾ ਉਹ ਸਾਹਮਣੇ ਆ ਰਿਹਾ ਆ ਵੀ ਉਹ ਦਿੱਤਾ ਗਿਆ ਆ, ਇਹਨਾਂ ਨੂੰ ਖਰੀਦਿਆ ਗਿਆ ਆ। ਉਸ ਤੋਂ ਉਹਦੀ ਜਿਹੜੀ ਭੂਮਿਕਾ ਸੀ ਸ਼ੱਕੀ ਹੋ ਗਈ ਸੀਗੀ। ਇਸ ਕਰਕੇ ਉਹ ਸ਼ੱਕੀ ਭੂਮਿਕਾ ਨੇ ਫਿਰ ਉਹ ਅਮਲੀ ਰੂਪ ਵਿੱਚ ਜਾਮਾ ਜਿਹੜਾ ਲਾਲ ਕਿਲ੍ਹੇ ਤੇ ਝੰਡਾ ਚੜਾ ਕੇ ਦਿੱਤਾ ਉਹ ਸਾਡੇ ਸਾਹਮਣੇ ਆ ਗਈ। ਇਹ ਸਾਰਾ ਕੰਮ 2.5 ਲੱਖ ਡਾਲਰ ਲਈ ਕੀਤਾ ਗਿਆ ਹੋ ਸਕਦਾ ਹੈ। ਦੇਖੋ ਜੋ ਇਸ ਵੇਲੇ ਆ ਰਿਹਾ ਵੀ ਇਹ 2.5 ਲੱਖ, ਦੇਖੋ ਹਰ ਬੰਦਾ ਲਾਲਚ ਆ ਸਕਦਾ। ਅੱਜ ਤੱਕ ਜੋ ਵੀ ਕਿਸੇ ਐਜੀਟੇਸ਼ਨ ਨੂੰ ਫੇਲ ਕਰਨਾ ਹੋਵੇ ਉਹਦੇ ਵਿੱਚ ਖਰੀਦਿਆ ਜਾਂਦਾ, ਪੈਸੇ ਨਾਲ ਖਰੀਦਿਆ ਜਾਂਦਾ, ਅਹੁਦੇ ਨਾਲ ਖਰੀਦਿਆ ਜਾਂਦਾ, ਬੜੇ ਬੜੇ ਅਹੁਦੇ ਦਿੱਤੇ ਜਾਂਦੇ ਜਾਂ ਪੈਸਾ ਦਿੱਤਾ ਜਾਂਦਾ। ਇਸ ਨਾਲ ਹਰ ਬੰਦਾ ਲਾਲਚ ਵਿੱਚ ਆ ਸਕਦਾ ਆ। ਹੋ ਸਕਦਾ ਲਾਲਚ ਦੇ ਵਿੱਚ ਆ ਕੇ ਉਹਨਾਂ ਨੇ ਇਹ ਕਰਮ ਕੀਤਾ ਹੋਵੇ ਔਰ ਇਸ ਜਿਹੜਾ ਐਡਾ ਵੱਡਾ ਸ਼ਾਂਤੀਪੂਰਕ ਸੰਘਰਸ਼ ਚੱਲਿਆ ਸੀ ਉਹਨੂੰ ਢਾਲ ਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਔਰ ਉਹ ਢਾਲ ਲੱਗੀ। ਲੇਕਿਨ ਫਿਰ ਵੀ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰ ਮਨਾਉਂਦੇ ਆ। ਇਸ ਐਡੀ ਵੱਡੀ ਜੋ ਉਹਨੇ ਢਾਲ ਲਾਈ ਸੀ, ਸਵੇਰ ਨੂੰ ਹੀ ਸਟੇਜ ਲੱਗ ਗਈ ਔਰ ਸਾਡੇ ਜਿਹੜੇ ਹੌਸਲੇ ਸੀ, ਸਾਡੇ ਜਿੰਨੇ ਵੀ ਉੱਥੇ ਕਿਸਾਨ ਵੀਰ ਗਏ ਸੀ, ਸਾਡਾ ਜੂਸ ਸੀ, ਉਹਨਾਂ ਦੇ ਬੁਲੰਦ ਸੀ ਔਰ ਉਸੇ ਤਰ੍ਹਾਂ ਸਟੇਜਾਂ ਚੱਲਦੀਆਂ ਆ ਔਰ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਉਸੇ ਤਰ੍ਹਾਂ ਜਿਹੜੀ ਸਪੋਰਟ ਆ ਪਿੱਛੋਂ ਵੀ ਜਾ ਰਹੀ ਆ ਔਰ ਉੱਥੋਂ ਪੂਰੀ ਮਿਲਦੀ ਆ ਔਰ ਚੜ੍ਹਦੀ ਕਲਾ ਵਿੱਚ ਮੋਰਚਾ ਹੈ। ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਜੇ ਸਰਕਾਰ ਨੇ ਪਹਿਲਾਂ ਹੀ ਮੰਗਾਂ ਮੰਨ ਲਈਆਂ ਹੁੰਦੀਆਂ ਤਾਂ ਇਹ ਦਿਨ ਹੀ ਨਾ ਆਉਂਦਾ? ਦੇਖੋ ਇਹ ਸਵਾਲ ਸਾਹਮਣੇ ਆਏ ਆ। ਅਗਰ ਇਹ ਸੰਘਰਸ਼ ਇੰਨੇ ਚਿਰ ਤੋਂ ਚੱਲਦਾ ਸੀ, ਅਗਰ ਸਰਕਾਰ ਦੀ ਸਾਫ਼ ਨੀਤੀ ਹੁੰਦੀ ਉਹਨਾਂ ਦੀ ਔਰ ਅੰਦਰ ਦੀ ਉਹਨਾਂ ਦੀ ਅੰਦਰ ਦੇ ਵਿੱਚ ਇਹ ਹੁੰਦਾ ਕਿ ਅਸੀਂ ਕਿਸਾਨਾਂ ਨੂੰ ਇਨਸਾਫ ਦੇਣਾ ਆ ਔਰ ਉਹ ਜੇ ਉਹਨਾਂ ਦੀ ਮਨਸ਼ਾ ਇਹ ਹੁੰਦੀ ਤੇ ਉਹ ਜਿਹੜਾ ਸੰਘਰਸ਼ ਇੰਨਾ ਲੰਮਾ ਜਾਣਾ ਨਹੀਂ ਸੀ। ਉਹ ਸਹੀ ਤਰੀਕੇ ਦੇ ਨਾਲ ਬਿੱਲਾਂ ਦੇ ਜੋ ਸੀਗੇ ਉਹਨਾਂ ਪਤਾ ਸੀ। ਜਦ ਸਰਕਾਰ ਇਹ ਮੰਨ ਚੁੱਕੀ ਆ ਕਿ ਇਹਨਾਂ ਬਿੱਲਾਂ ਦੇ ਜੋ ਬਣਾਏ ਆ ਅਸੀਂ ਇਹਨਾਂ ਵਿੱਚ ਖਾਮੀਆਂ ਹੈਗੀਆਂ, ਆਪਣੇ ਮੂੰਹੋਂ ਕਹਿ ਚੁੱਕੀ ਆ, ਖੁਦ ਤੋਮਰ ਸਾਹਿਬ ਕਹਿ ਚੁੱਕੇ ਆ ਵੀ ਇਹ ਸਾਡੇ ਵਿੱਚੋਂ ਖਾਮੀਆਂ ਨੇ ਸੋਧ ਕਰਾ ਲਓ, ਇਹਦਾ ਮਤਲਬ ਕਾਨੂੰਨ ਗਲਤ ਸੀਗੇ। ਅਗਰ ਉਹ ਕਾਨੂੰਨਾਂ ਨੂੰ ਜਦ ਗਲਤ ਸੀ, ਉਹਨਾਂ ਨੂੰ ਕਿਸਾਨਾਂ ਦੀਆਂ ਜਿਹੜੇ ਇੰਨੇ ਮਹੀਨਿਆਂ ਤੋਂ ਸੰਘਰਸ਼ ਲਗਾਤਾਰ ਚੱਲਦਿਆ ਸੀ ਉਹਨਾਂ 'ਤੇ ਗੌਰ ਕਰਦੇ ਹੋਏ ਇਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਸੀਗਾ ਤੇ ਆਹ ਜੋ ਕੁਛ ਹੋਇਆ ਇਹ ਨਹੀਂ ਹੋਣਾ ਸੀਗਾ। ਅਖੀਰਲਾ ਸਵਾਲ ਮੇਰਾ, ਜੋ 4 ਮਹੀਨੇ ਤੋਂ ਕਿਸਾਨਾਂ ਨੇ ਉੱਥੇ ਠੰਡ ਵੀ ਚੱਲੀ, ਹੋਰ ਮੁਸੀਬਤਾਂ ਵੀ ਚੱਲੀਆਂ, ਇੰਨੀਆਂ ਸ਼ਹੀਦੀਆਂ ਵੀ ਉੱਥੇ ਹੋਈਆਂ, ਹਲੇ ਵੀ ਮੋਦੀ ਸਰਕਾਰ ਦਾ ਅੜੀਅਲ ਰਵੱਈਆ, ਕੀ ਕਹਿਣਾ ਚਾਹੋਗੇ ਇਹਦੇ ਤੇ? ਦੇਖੋ ਅਸੀਂ ਜੇ ਇਸ ਚੀਜ਼ ਨੂੰ ਲਈਏ ਨਾ, ਮੋਦੀ ਸਰਕਾਰ ਨੂੰ ਔਰ ਬੀਜੇਪੀ ਸਰਕਾਰ ਨੂੰ ਕਾਰਪੋਰੇਟ ਚਲਾ ਰਹੇ ਆ, ਖੁਦ ਬੀਜੇਪੀ ਨਹੀਂ ਉਹਨੂੰ ਚਲਾ ਰਹੀ ਔਰ ਜਿਹੜੀ ਕਾਰਪੋਰੇਟ ਆ ਉੱਥੇ ਜਿਹੜੀ ਮੋਦੀ ਸਰਕਾਰ ਆ ਚੁੱਕੀ ਆ। ਕਿਉਂ ਚੁੱਕੀ ਆ? ਕਿਉਂਕਿ ਮੋਦੀ ਨੂੰ ਲਿਆਉਣ ਵਾਲੇ ਕਾਰਪੋਰੇਟ ਆ। ਜਿੰਨਾ ਪ੍ਰਚਾਰ ਤੇ ਖਰਚਾ ਹੋਇਆ ਕਾਰਪੋਰੇਟ ਨੇ ਕੀਤਾ, ਉਹਨੂੰ ਹੈਲੀਕਾਪਟਰ ਦਿੱਤਾ, ਉਹਨੂੰ ਜਹਾਜ਼ ਦਿੱਤਾ ਔਰ ਉਹਦੇ ਕੋਲੋਂ ਜੋ ਉਹਨਾਂ ਨੇ ਕਰਾਉਣਾ ਸੀ ਅੱਜ ਉਹ ਕਰਾ ਰਹੇ ਆ। ਇਸ ਵੇਲੇ ਮੋਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੱਗੇ ਬਿਲਕੁਲ ਝੁਕ ਚੁੱਕੀ ਆ, ਲੇਕਿਨ ਕਿਸਾਨ ਨਹੀਂ ਝੁਕਣਗੇ। ਕਿਸਾਨਾਂ ਨੇ ਬਿਲਕੁਲ ਅੱਗੇ ਨਾਲੋਂ ਵੀ ਤਕੜੇ ਹੋ ਕੇ ਇਸ ਮੋਰਚੇ ਨੂੰ ਚਲਾਉਣ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਆ। ਭਾਵੇਂ ਮੋਦੀ ਸਰਕਾਰ ਚੁੱਕੇ, ਇੱਕ ਦਿਨ ਜ਼ਰੂਰ ਆਊਗਾ ਮੋਦੀ ਸਰਕਾਰ ਨੂੰ ਝੁਕਣਾ ਪਏਗਾ ਔਰ ਇਹ ਕਾਨੂੰਨ ਰੱਦ ਕਰਨੇ ਪੈਣਗੇ ਔਰ ਜਿੰਨਾ ਚਿਰ ਰੱਦ ਨਹੀਂ ਹੁੰਦੇ ਇਹ ਸੰਘਰਸ਼ ਤੇਜ਼ ਹੁੰਦਾ ਜਾਵੇਗਾ ਔਰ ਮੋਦੀ ਸਰਕਾਰ ਨੂੰ ਇੱਕ ਦਿਨ ਝੁਕਾ ਕੇ ਹਟੇ। ਸਾਡੇ ਨਾਲ ਇਸ ਟਾਈਮ ਨੇ ਜੀ ਕਿਸਾਨ ਆਗੂ ਸੁਰਿੰਦਰ ਸਿੰਘ ਪਵਾਰ, ਗੱਲਬਾਤ ਕਰਦੇ ਆ ਉਹਨਾਂ ਦੇ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮੈਡਮ ਜੀ। ਕਿਵੇਂ ਦੇਖਦੇ ਹੋ ਜੀ ਗਣਤੰਤਰ ਦਿਵਸ ਦੀ ਜੋ ਇੱਕ ਘਟਨਾ ਹੋਈ, ਉਸ ਤੋਂ ਬਾਅਦ ਯੂਥ ਦੇ ਵਿੱਚ ਕੋਈ ਜੋਸ਼ ਵਿੱਚ ਕਮੀ ਆਈ ਲੱਗਦੀ ਤੁਹਾਨੂੰ? ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜਾ ਟੂਲ ਪਲਾਜ਼ਾ ਤੇ ਤੁਸੀਂ ਪਹੁੰਚੇ ਹੋ, ਜੋ ਸਾਡੀ ਸੱਚੀ ਆਵਾਜ਼ ਆ ਉਹ ਪਹੁੰਚਾਉਣ ਵਾਸਤੇ। ਸਾਡੇ ਕਿਸਾਨ ਵੀਰਾਂ ਨੇ ਤੁਹਾਨੂੰ ਬੜੇ ਵਿਸਤਾਰ ਨਾਲ ਸਭ ਤੋਂ ਪਹਿਲਾਂ ਦੱਸਿਆ ਵਾ, ਜੋ ਸਾਡੇ ਬਹੁਤ ਸੀਨੀਅਰ ਆਗੂ ਨੇ, ਦਰਜਾ ਬਦਰਜਾ ਇਹ ਬਹੁਤ ਕਿਸਾਨ ਆਗੂ ਨੇ ਝੁਝਾਰੂ। ਤੇ ਜਿਹੜੀ ਗੱਲ ਤੁਸੀਂ ਦੱਸੀ ਆ ਵੀ ਉੱਥੇ ਜੰਗਮੈਨ ਮੁੰਡਿਆਂ ਤੇ ਕੋਈ ਪ੍ਰਭਾਵ ਪਿਆ ਵਾ, ਬਿਲਕੁਲ ਕੁਛ ਨਹੀਂ ਪ੍ਰਭਾਵਿਤ ਪਿਆ। ਇਹ 'ਚ ਜਿਹੜਾ ਇਹਦੀਆਂ ਨੀਤੀਆਂ ਸੀਗੀਆਂ ਸਰਕਾਰ ਦੀਆਂ ਉਹ ਜ਼ਰੂਰ ਨੰਗੀਆਂ ਹੋ ਗਈਆਂ। ਜਿਹੜੇ ਬੰਦਿਆਂ ਨੇ ਇਹ ਕਾਰਨਾਮੇ ਕੀਤੇ ਨੇ ਉਹਨਾਂ ਨੇ ਬੀਜੇਪੀ ਦੇ ਬੰਦਿਆਂ ਨਾਲ ਫੋਟੋਆਂ ਕਰਾ ਕੇ, ਕੋਈ ਇੱਦਾਂ ਦਾ ਬੰਦਾ ਨਹੀਂ ਜਿਹੜਾ ਕੋਈ ਜਿਸ ਬੰਦੇ ਨੇ ਸਾਡੇ ਇਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਜੰਗਮੈਨ ਮੁੰਡਿਆਂ ਤੋਂ ਪਹਿਲਾਂ ਹੀ ਲਾਲ ਕਿਲ੍ਹੇ 'ਚ ਪਹੁੰਚ ਗਏ ਉਹਨਾਂ ਨੇ, ਲੇਕਿਨ ਉਹ ਬਿਲਕੁਲ ਚਿਹਰੇ ਨੰਗੇ ਹੋ ਗਏ ਨੇ। ਉਹਨਾਂ ਦੀਆਂ ਬੀਜੇਪੀ ਦੀਆਂ ਸਰਕਾਰਾਂ ਦੇ ਨਾਲ ਫੋਟੋਆਂ ਨੇ, ਹਰ ਇੱਕ ਬੰਦੇ ਨੇ ਗਲਤ ਗਾਈਡ ਕੀਤਾ ਵਾ। ਜਿਹੜੀ ਗੱਲ ਰਹਿ ਗਈ ਲਾਲ ਕਿਲ੍ਹੇ ਦੇ ਝੰਡੇ ਦੀ ਗੱਲ, ਸਾਡੇ ਫੌਜੀ ਭਰਾਵਾਂ ਨੇ ਸਰਹੱਦਾਂ 'ਤੇ ਕੇਸਰੀ ਝੰਡਾ ਲਗਾਇਆ ਹੋਇਆ ਪਹਿਲਾਂ ਹੀ। ਆਪਣੇ ਬੀਜੇਪੀ ਦੇ ਜਿਹੜੇ ਮੋਦੀ ਸਰਕਾਰ ਦੇ ਪ੍ਰਧਾਨ ਮੰਤਰੀ ਇਸ ਟਾਈਮ, ਉਹਨਾਂ ਦੇ ਸਿਰ 'ਤੇ ਲਾਲ ਪੱਗ, ਉਹ ਵੀ ਕੇਸਰੀ ਰੰਗ ਦੀ ਹੈ। ਜਿਹੜੀਆਂ ਝਲਕੀਆਂ ਆਪਣੇ 26 ਜਨਵਰੀ ਨੂੰ ਪਿਛਲੇ ਸਾਲ ਦੀਆਂ, ਉਹਦੇ ਵਿੱਚ ਕੇਸਰੀ ਰੰਗ ਦੇ ਝੰਡੇ ਝਲਕੀਆਂ ਦੇ ਵਿੱਚ ਲੱਗੇ ਹੋਏ ਨੇ। ਬਿਲਕੁਲ ਇਹਨੂੰ ਰੂਪ ਗਲਤ ਦੇ ਰਹੇ ਨੇ। ਜਿਹੜਾ ਸਾਡਾ
ਭਾਰਤੀ ਦਾ ਝੰਡਾ ਲਹਿਰਾਇਆ ਹੋਇਆ ਉਹ ਤੋਂ ਹਟ ਕੇ ਜੇ ਕਿਸੇ ਨੇ ਆਪਣੀ ਹੋਸ਼ ਥੋੜ੍ਹੀ ਜਿਹੀ ਗਵਾ ਕੇ ਉਹ ਕੀਤਾ ਵਾ, ਉਹਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਇਹ ਇਹਨਾਂ ਨੇ ਦੇਸ਼ ਦਰੋਹੀ ਨੇ। ਬਿਲਕੁਲ ਗਲਤ ਗੱਲ ਆ, ਅਸੀਂ ਇਹਦੀ ਨਿੰਦਾ ਕਰਦੇ ਹਾਂ। ਇਹ ਕੋਈ ਪਾਕਿਸਤਾਨ ਦਾ ਝੰਡਾ ਨਹੀਂ ਲਹਿਰਾਇਆ ਗਿਆ, ਕੋਈ ਚੀਨ ਦਾ ਝੰਡਾ ਨਹੀਂ ਲਹਿਰਾਇਆ ਗਿਆ। ਸਾਡੇ ਇਸ ਗੁਰੂਆਂ ਦਾ ਇਹ ਨਿਸ਼ਾਨ ਹੈ। ਬਿਲਕੁਲ ਉਹ ਜਿਹੜਾ ਸੈਂਟਰ 'ਚ ਝੰਡਾ ਲਹਿਰਾਇਆ ਗਿਆ ਉਹ ਤੋਂ ਸਾਈਡ ਤੇ ਹਟ ਕੇ ਆ। ਅਸੀਂ ਇਹਦੀ ਬਿਲਕੁਲ ਇਹਨੂੰ ਦੇਸ਼ ਦਰੋਹੀ ਨਹੀਂ ਮੰਨਦੇ। ਜਿਹੜੀਆਂ ਇਹਨਾਂ ਨੇ ਹਰਕਤਾਂ ਕਰਕੇ ਕੋਡੀਆਂ ਚਾਲਾਂ ਚੱਲ ਕੇ ਸਾਡੇ ਕਾਨੂੰਨ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਆ। ਜਿਸ ਤਰ੍ਹਾਂ ਰਾਤ ਨੂੰ ਇੱਕ 12 ਵਜੇ ਮੈਸੇਜ ਆ ਗਿਆ ਵੀ ਐਕਸ਼ਨ ਵੀ ਲੈ ਸਕਦੇ ਆ, ਉਹ ਇਹ ਮੋਦੀ ਸਰਕਾਰ ਦੀਆਂ ਚਾਲਾਂ ਤੋਂ ਸਾਰਾ ਇੰਡੀਆ ਵਾਕਿਫ ਹੋ ਗਿਆ। ਉਸ ਅਸੀਂ ਕਿਸਾਨ ਨੂੰ ਥੰਮ ਮੰਨਦੇ ਹਾਂ ਜਿਨ੍ਹਾਂ ਨੇ ਕਿਹਾ ਵੀ ਅਸੀਂ ਪਾਣੀ ਪਿੰਡਾਂ ਤੋਂ ਆਊਗਾ, ਉਹਦਾ ਪਾਣੀ ਮੈਂ ਪੀਊਂਗਾ। ਜੇ ਮੇਰਾ ਹੁੱਕਾ ਪਾਣੀ ਬੰਦ ਕੀਤਾ ਤੇ ਮੈਂ ਬਿਲਕੁਲ ਇਸੇ ਪਿੰਡਾਂ ਦੇ ਵਿੱਚੋਂ ਪਾਣੀ ਲੈ ਕੇ ਮੈਂ ਉਹੀ ਪਾਣੀ ਪੀਊਂਗਾ। ਰਾਤ ਨੂੰ 12 ਵਜੇ ਤੋਂ ਬਾਅਦ ਉਹਨਾਂ ਦਾ ਸਮਰਥਨ ਜੋ ਕੀਤਾ ਵਾ ਉਹ ਅਸੀਂ ਬਿਆਨ ਨਹੀਂ ਕਰ ਸਕਦੇ। ਔਰ ਚੜ੍ਹਦੀ ਕਲਾ ਦੇ ਵਿੱਚ ਉਹ ਸਟੇਜ ਹੋਈ ਹੈ, ਅਸੀਂ ਉਹਨੂੰ ਸਲੂਟ ਕਰਦੇ ਹਾਂ। ਔਰ ਸੰਘਰਸ਼ ਸਾਡਾ ਸਿਖਰਾਂ 'ਤੇ ਆ। ਇਹਦੇ ਵਿੱਚ ਸਰਕਾਰ ਦੀ ਹਾਰ ਹੈ, ਸਰਕਾਰ ਬਖਲਾਈ ਹੋਈ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਾਡਾ ਸੰਘਰਸ਼ ਬਿਲਕੁਲ ਸਿਰੇ 'ਤੇ ਆ। ਉਹਦੇ ਵਿੱਚ ਸਾਡੇ ਨੌਜਵਾਨ ਮੁੰਡਿਆਂ ਨੇ ਕਿਸੇ ਮਗਰ ਲੱਗ ਕੇ ਉਹਨਾਂ ਦੇ ਜਿਹੜੇ ਝੰਡੇ ਦੇ ਉਹ ਅਫਾਲ ਮੁਤਾਬਕ ਚੱਲੇ ਸੀਗੇ। ਉਹਨਾਂ ਨੇ ਸਾਡੇ ਸਟੇਜ 'ਤੇ ਜਿਹੜੇ ਸੈਕਟਰੀ ਸੀ, ਜਿਹੜੇ ਸਾਡੇ ਝਾੜੂ ਆਗੂ ਸੀ, ਉਹਨਾਂ ਦੇ ਸਟੇਜ 'ਤੇ ਚੜ੍ਹ ਕੇ ਉਹਨਾਂ ਨੂੰ ਮਾੜੇ ਚੰਗੇ ਲਫ਼ਜ਼ ਵੀ ਬੋਲਿਆ, ਜਿਹਦੀ ਮੇਰੇ ਕੋਲ ਪ੍ਰੂਫ ਹੈ। ਉਹਨੇ ਕਿਹਾ ਵੀ ਅਸੀਂ 5 ਬੰਦੇ ਚੜ੍ਹ ਕੇ ਜਾਵਾਂਗੇ, ਸਾਨੂੰ ਰੋਕਣ ਦਾ ਕੋਈ ਸਾਲਾ ਨਹੀਂ ਲੱਗਦਾ। ਇਹ ਗੱਲਾਂ ਸਟੇਜ ਤੋਂ ਸ਼ੋਭਾ ਨਹੀਂ ਦਿੰਦੀਆਂ। ਮੈਂ ਦੱਸ ਦੇਣਾ ਚਾਹੁੰਦਾ, ਸਾਡੇ ਪੰਜਾਬ ਦੇ ਲੋਕ ਆਪਣੇ ਖੇਤਾਂ ਨੂੰ ਪਾਣੀ ਲਾਉਣ ਵਾਸਤੇ ਜੇ ਕੁਛ ਆ ਰਹੇ ਨੇ, ਉਸ ਤੋਂ ਦੁੱਗਣੇ ਜਾ ਰਹੇ ਨੇ। ਇਹ ਬਿਲਕੁਲ ਭੁਲੇਖਾ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ। ਅਸੀਂ ਆਪਣੇ ਜਿਸ ਤਰ੍ਹਾਂ ਅੱਗੇ ਰਾਤ ਨੂੰ 40 ਬੰਦੇ ਸੌਂਦੇ ਟੂਲ ਪਲਾਜ਼ਾ 'ਤੇ, ਅੱਜ ਤੋਂ ਬਾਅਦ ਅਸੀਂ 50-50 ਬੰਦੇ ਰਾਤ ਨੂੰ ਸੌਵਾਂਗੇ। ਕਿਉਂਕਿ ਅਸੀਂ ਅੱਜ ਤੋਂ ਇਸ ਜਿਹੜੀ ਉਹ ਰਾਤ ਨੂੰ ਐਕਸ਼ਨ ਦੀ ਤਿਆਰੀ ਦੱਸੀ ਗਈ ਸੀ। ਸਾਨੂੰ ਪੁੱਛ ਕੇ ਦੇਖੋ, ਸਾਡੇ ਮਾਂ-ਬਾਪ, ਸਾਡੇ ਬੱਚੇ, ਸਾਡੇ ਪਰਿਵਾਰਾਂ 'ਤੇ ਸਾਡੇ ਜਿਹੜੇ ਪਿੱਛੇ ਭਰਾ ਬੈਠੇ ਨੇ, ਉਹਨਾਂ 'ਤੇ ਕੀ ਬੀਤਦੀ ਵੀ ਰਾਤ ਨੂੰ ਐਕਸ਼ਨ ਦਾ ਆਰਡਰ ਮਿਲ ਗਿਆ। ਬਹੁਤ ਵਧੀਆ ਉਸ ਕਿਸਾਨ ਆਗੂ ਨੇ ਮੋਰਚਾ ਸੰਭਾਲਿਆ, ਅਸੀਂ ਉਹਨੂੰ ਸਲੂਟ ਕਰਦੇ ਹਾਂ। ਉਹਦੀ ਬਦੌਲਤ ਉਸ ਪੁਲਿਸ ਨੂੰ ਭਾਜੜਾਂ ਪਈਆਂ ਤੇ ਪਿੰਡਾਂ ਦੇ ਲੋਕ ਚੜ੍ਹ ਕੇ ਉੱਥੇ ਆ ਕੇ ਸਾਨੂੰ ਏਕਤਾ ਦਾ ਸਬੂਤ ਦਿੱਤਾ। ਸਾਡਾ ਪੂਰਾ ਸੰਘਰਸ਼ ਉਸ ਤਰ੍ਹਾਂ ਸਟੇਜਾਂ ਚੱਲ ਰਹੀਆਂ, ਉਸੇ ਤਰ੍ਹਾਂ ਚੱਲਣਗੀਆਂ। ਮੈਂ ਆਖਰ ਦੇ ਵਿੱਚ ਮੀਡੀਆ ਦਾ ਧੰਨਵਾਦ ਕਰਦਾ। ਜਿਹੜੇ ਮੇਰੇ ਭਰਾ ਉੱਥੇ ਪਹੁੰਚੇ ਨੇ, ਘਰ ਨੂੰ ਆ ਰਹੇ ਨੇ ਤਾਂ ਜਾ ਵੀ ਰਹੇ ਨੇ। ਕਿਉਂਕਿ 26 ਮਾਰਚ ਨੂੰ ਜੋ ਟੈਕਟ ਮਾਰਚ ਤੇ ਗਏ ਸੀਗੇ, ਉਹਨਾਂ ਨੇ ਘਰ ਨੂੰ ਵਾਪਸ ਵੀ ਆਉਣਾ ਸੀ। ਕਈ 20-20 ਕਿਲੋਮੀਟਰ ਵਿਚਾਰੇ ਪਿੱਛੇ ਰਹਿ ਗਏ। ਜੇ ਘਰ ਨੂੰ ਆਉਣਾ ਤਾਂ ਲੋਕੀ ਮੀਡੀਆ ਮੋਦੀ ਗਲਤ ਦਿਖਾ ਰਿਹਾ। ਉਹਦੇ ਵਿੱਚ ਬਹੁਤ ਮੀਡੀਆ ਇੱਦਾਂ ਦੇ ਨੇ ਜਿਹੜੇ ਕਹਿੰਦੇ ਜਿਸ ਤਰ੍ਹਾਂ ਝੰਡਾ ਲਹਿਰਾਇਆ ਗਿਆ ਸੀ, ਇਹੋ ਜਿਹੀ ਮੀਡੀਆ ਵੀ ਸੀ ਕਹਿੰਦੇ ਬਿਲਕੁਲ ਤਿਰੰਗੇ ਦਾ ਕੋਈ ਅਪਮਾਨ ਨਹੀਂ, ਮੋਦੀ ਮੀਡੀਆ ਗਲਤ ਦਿਖਾ ਰਿਹਾ। ਅਸਲੀ ਗੱਲ ਇਹ ਵੀ ਝੰਡਾ ਜਿਹੜਾ ਕਿਸਾਨੀ ਆ, ਉਹ ਝੰਡਾ ਇੱਕ ਸਰਪੰਚ ਵਿਚਾਰਾ 3 ਝੰਡੇ ਲੈ ਕੇ ਗਿਆ। ਉਹ ਕਹਿੰਦਾ ਦੇਖੋ ਜੀ, ਆਹ ਮੇਰਾ ਭਾਰਤੀ ਦਾ ਝੰਡਾ, ਆਹ ਮੇਰਾ ਕਿਸਾਨੀ ਝੰਡਾ, ਆਹ ਸਾਡੇ ਗੁਰੂਆਂ ਦਾ ਝੰਡਾ ਕੇਸਰੀ, ਜਿਹੜਾ ਮੋਦੀ ਸਿੰਘ ਦੀ ਸਿਰ 'ਤੇ ਸਾਹਿਬ ਦੀ ਸਿਰ 'ਤੇ ਪੱਗ ਵੀ ਰੱਖੀ ਹੋਈ ਆ। ਇਹਨੂੰ ਕੋਈ ਗਲਤ ਗਾਈਡ ਨਾ ਕਰੋ। ਅਸੀਂ ਇਨਸਾਨ ਆ, ਭਾਰਤੀ ਆ। ਡਾਕਟਰ ਅੰਬੇਦਕਰ ਦੇ ਸੰਵਿਧਾਨ ਮੁਤਾਬਕ ਅਸੀਂ 26 ਜਨਵਰੀ ਨੂੰ ਸੰਵਿਧਾਨ ਲਿਖਿਆ ਗਿਆ ਸੀ, ਅਸੀਂ ਮਾਰਚ ਵੀ ਨਹੀਂ ਕਰ ਸਕਦੇ। ਬਿਲਕੁਲ ਇਹ ਸਰਕਾਰ ਘਟੀਆ ਔਰ ਨਕੰਮੀ ਸਰਕਾਰ ਜ਼ਿੰਦਗੀ 'ਚ ਕਦੇ ਦੇਖੀ ਨਹੀਂ, ਨਾ ਦੇਖਣ ਨੂੰ ਮਿਲਣੀ ਆ। ਸਾਡੇ ਸਾਹਿਬਜ਼ਾਦਿਆਂ ਨੇ, ਸਾਡੇ ਸ਼ਹੀਦ ਜਿਵੇਂ ਭਗਤ ਸਿੰਘ ਨੇ ਸ਼ਹੀਦੀਆਂ ਦੇ ਕੇ ਦੇਸ਼ ਨੂੰ ਯਾਦ ਕਰਾਇਆ। ਪਰ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ, ਸਾਨੂੰ ਆਪਣੇ ਇੰਡੀਆ ਤੋਂ ਸਾਨੂੰ ਮੁਕਤ ਕਰਾਉਣ ਵਾਸਤੇ ਸਾਡੇ ਭਰਾਵਾਂ ਦੀਆਂ ਸ਼ਹੀਦੀਆਂ ਦੇਣੀਆਂ ਪਈਆਂ। ਕਿਸਾਨਾਂ ਦੀ 100 ਦਾ ਆંકੜਾ ਪਾਰ ਹੋ ਚੁੱਕਿਆ। ਮੈਂ ਇਸ ਤੋਂ ਜ਼ਿਆਦਾ ਕੁਝ ਬੋਲਣ ਨੂੰ ਸਾਡੇ ਕੋਲ ਬਚਿਆ ਨਹੀਂ। ਇਹ ਮੋਦੀ ਸਰਕਾਰ ਨੇ, ਇਹ ਜ਼ਾਲਮ ਸਰਕਾਰ ਨੇ ਸਾਨੂੰ ਬੋਲਣਾ ਵੀ ਸਿਖਾ ਦਿੱਤਾ, ਧਰਨੇ ਪਕਾਉਣੇ ਸਿਖਾ ਦਿੱਤੇ, ਰੋਟੀਆਂ ਪਕਾਉਣੀਆਂ ਸਿਖਾ ਦਿੱਤੀਆਂ, ਆਲੂ ਛਿਲਣੇ ਕਰ ਸਿਖਾ ਦਿੱਤੇ। ਅਸੀਂ ਸਭ ਕੁਝ ਦਿੱਲੀ ਬੈਠ ਕੇ ਕਰ ਰਹੇ ਹਾਂ। ਰਹਿੰਦੀ ਜ਼ਿੰਦਗੀ ਤੱਕ ਸੰਘਰਸ਼ ਨੂੰ ਜਾਰੀ ਰੱਖਾਂਗੇ। ਤਿੰਨੇ ਕਾਨੂੰਨ ਰੱਦ ਕਰਾ ਕੇ ਫਿਰ ਅਸੀਂ ਘਰਾਂ ਨੂੰ ਜਾਵਾਂਗੇ। ਇਹੀ ਸਾਡਾ ਆਖਰੀ, ਸਾਡੀ ਜਿੰਦ ਜਾਨ ਲੱਗ ਜਾਵੇ। ਅਸੀਂ ਇਹ ਜਿੰਨਾ ਚੱਕਰ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੇ, ਇਹ ਸਾਡੀ ਆਪਣੀ ਜ਼ਮੀਨ ਆ, ਆਪਣੀ ਜ਼ਮੀਰ ਆ, ਅਸੀਂ ਇਹ ਤੋਂ ਜਾ ਨਹੀਂ ਸਕਦੇ। ਜੈ ਜਵਾਨ, ਜੈ ਕਿਸਾਨ। ਅਸੀਂ ਇਸ ਟਾਈਮ ਆ ਜੀ ਲਾਡੋਵਾਲ ਟੋਲ ਪਲਾਜ਼ਾ ਤੇ, ਜਿੱਥੇ ਸਾਡੇ ਨਾਲ ਕਿਸਾਨ ਆਗੂ ਗੁਰਦਾਵਰ ਸਿੰਘ ਜੀ ਨੇ। ਗੱਲਬਾਤ ਕਰਦੇ ਆ ਉਹਨਾਂ ਦੇ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੋਗੇ ਤੁਸੀਂ, ਅੱਜ ਦਾ ਜੋ ਮਾਹੌਲ ਹੈ ਇਹਦੇ ਤੇ ਕੀ ਕੁਝ ਵੀ, ਕਿੰਨੀਆਂ ਕੁ ਟਰਾਲੀਆਂ ਇੱਥੋਂ ਆ ਰਹੀਆਂ ਨੇ? ਤੁਸੀਂ ਕਾਫੀ ਟਾਈਮ ਤੋਂ ਇੱਥੇ ਟੋਲ ਪਲਾਜ਼ਾ ਦੇ ਉੱਤੇ ਬੈਠੇ ਹੋ, ਕਿ ਟਰਾਲੀਆਂ ਦੇ ਆਉਣ ਜਾਣ ਦੀ ਆਵਾਜਾਈ ਦੇ ਵਿੱਚ ਕੁਝ ਗਿਣਤੀ ਘੱਟ ਹੋਈ ਆ ਜਾਂ ਕਿਵੇਂ? ਨਹੀਂ ਦੇਖੋ ਜੀ, ਬਈ ਗੱਲ ਇੰਨੀ ਆ ਵੀ ਜਿਹੜੀ ਮੋਦੀ ਸਰਕਾਰ ਸੀ, ਉਹਨੇ ਇੱਕ ਆਪਣਾ ਹੱਥ ਕੰਡਾ ਵਰਤਿਆ। ਹੱਥ ਕੰਡਾ ਇਹ ਵਰਤਿਆ ਵੀ ਜਿਹੜਾ ਦਿੱਲੀ ਦੇ ਵਿੱਚ ਉਹਨੇ ਨੈੱਟ ਬੰਦ ਕਰਕੇ ਇਨਫੋਰਮੇਸ਼ਨ ਇੱਕ ਦੂਏ ਤੇ ਨਹੀਂ ਪਹੁੰਚਣ ਦਿੱਤੀ।
ਇਸ ਕਰਕੇ ਵੀ ਜਿਹੜਾ ਕਿਸਾਨਾਂ ਦੇ ਮਜ਼ਦੂਰਾਂ ਦੇ ਹੌਸਲੇ ਉਹ ਜਿਉਂ ਦੇ ਤਿਉਂ ਬਰਕਰਾਰ ਹੈ, ਬੁਲੰਦ ਹੈ। ਅੱਜ ਟੋਲ ਪਲਾਜ਼ਾ ਤੇ ਅਸੀਂ ਦੇਖ ਰਹੇ ਆ ਬਈ ਟਰਾਲੀਆਂ ਅੱਗੇ ਨਾਲੋਂ ਵੀ ਵੱਧ ਜਾ ਰਹੀਆਂ। ਕਿਸਾਨਾਂ ਦੇ ਮਜ਼ਦੂਰਾਂ ਦੇ ਹੌਸਲੇ ਜਿਹੜੇ ਆ ਉਹ ਪਸਤ ਨਹੀਂ ਹੋਏ, ਸਮਾਂ ਚੜ੍ਹਦੀ ਕਲਾ ਵਿੱਚ ਹੈ। ਇਹ ਮੋਦੀ ਸਰਕਾਰ ਨੇ ਇੱਕ ਆਪਣਾ ਜਿਹੜਾ ਕੋਝਾ ਹੱਥ ਕੰਡਾ ਵਰਤ ਕੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਜਿਹੜੀ ਇਨਫੋਰਮੇਸ਼ਨ ਇੱਕ ਦੂਜੇ ਤੇ ਨਹੀਂ ਪਹੁੰਚਣੀ ਸੀ, ਉਹ ਨਹੀਂ ਪਹੁੰਚੀ। ਬਸ ਇਹੀ ਇੱਕ ਰੇੜਕਾ ਸੀਗਾ, ਬਾਕੀ ਹੌਸਲੇ ਜਿਹੜੇ ਆ ਉਹਨਾਂ ਦੇ ਪਸਤੇ ਆ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਚੜ੍ਹਦੀ ਕਲਾ ਵਿੱਚ ਹੈ। ਟਰਾਲੀਆਂ ਅੱਗੇ ਨੂੰ ਵੀ ਦੂਰ ਸਵਾਈਆਂ ਜਾ ਰਹੀਆਂ। ਕਿੰਨੀਆਂ ਕੁ ਟਰਾਲੀਆਂ ਡੇਲੀ ਦੀਆਂ ਇੱਥੋਂ ਦਿੱਲੀ ਵੱਲ ਨੂੰ ਕੂਚ ਕਰਦੀਆਂ ਨੇ? ਕੁਝ ਗੱਲ ਤਾਂ ਇੰਨੀ ਬਈ ਇਸ ਚੀਜ਼ ਦੀ ਗਿਣਤੀ ਵੀ ਨਹੀਂ ਹੁੰਦੀ। ਰੋਜ਼ ਦੀਆਂ ਜਿਹੜੀਆਂ ਟਰਾਲੀਆਂ ਆ 15 20 25 ਤੀਂ ਜਾ ਰਹੀਆਂ ਜੀ, ਲਗਾਤਾਰ ਜਾ ਰਹੀਆਂ ਨੇ। ਲਗਾਤਾਰ ਜਾ ਰਹੀਆਂ ਆ ਜੀ। ਬਿਲਕੁਲ ਚੜ੍ਹਦੀ ਕਲਾ ਵਿੱਚ ਮੋਰਚਾ ਆ, ਚੜ੍ਹਦੀ ਕਲਾ ਵਿੱਚ ਰਹੂਗਾ ਜਿੰਨਾ ਚਿਰ ਇਹ ਆਪਣੇ ਹੱਕ ਨਹੀਂ ਕਿਸਾਨ ਮਜ਼ਦੂਰਾਂ ਦੇ ਮਿਲਦੇ, ਉਹਨਾਂ ਚਿਰ ਕਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ ਸਵਾਮੀਨਾਥਨ ਦਾ C2 ਫਾਰਮੂਲਾ ਜਿਹੜਾ ਉਹ ਲੈਣਾ ਆ ਤੇ ਆਪਣੇ ਜਿਹੜਾ ਆ MSP ਦੀ ਗਰੰਟੀ ਲੈ ਕੇ ਤਾਂ ਹੀ ਮੋਰਚਾ ਚੜ੍ਹਦੀ ਕਲਾ ਵਿੱਚ ਰਹੂ, ਤਾਂ ਹੀ ਉੱਥੋਂ ਉੱਠਾਂਗੇ ਜਿੰਨਾ ਚਿਰ ਮੋਦੀ ਸਰਕਾਰ ਦੇ ਅਸੀਂ ਨੱਕ ਵਿੱਚ ਦਮ ਨਹੀਂ ਕਰਕੇ ਆਪਣੀਆਂ ਮੰਗਾਂ ਨਹੀਂ ਮਨਵਾਉਂਦੇ। ਇਹ ਮਨਵਾ ਕੇ ਛੱਡਾਂਗੇ। ਤੁਸੀਂ ਦੇਖਿਆ ਜੀ, ਕਿਸਾਨ ਆਗੂਆਂ ਦਾ ਸਾਫ਼ ਕਹਿਣਾ ਹੈ ਕਿ ਜੋ ਵੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਮੋਰਚੇ ਦੇ ਵਿੱਚ ਗਿਣਤੀ ਘਟ ਗਈ ਆ ਜਾਂ ਲੋਕ ਵਾਪਸ ਆ ਰਹੇ ਨੇ, ਇਹ ਟੋਲ ਪਲਾਜ਼ਾ ਤੇ ਅਸੀਂ ਇਸ ਟਾਈਮ ਬੈਠੇ ਹਾਂ ਜਿੱਥੇ ਕਿ ਕਿਸਾਨ ਆਗੂਆਂ ਦਾ ਕਹਿਣਾ ਕਿ ਇੱਥੇ ਲਗਾਤਾਰ ਟਰਾਲੀਆਂ ਦਿੱਲੀ ਵੱਲ ਨੂੰ ਕੂਚ ਕਰ ਰਹੀਆਂ ਨੇ। ਕੈਮਰਾਮੈਨ ਜਸਵਿੰਦਰ ਦੇ ਨਾਲ ਇੰਦਰਜੀਤ ਕੌਰ ਦੀ ਰਿਪੋਰਟ। ਧੰਨਵਾਦ।